तक इन्हां शरारतां ते जो कमीनगियां कीतियां ने उन्हां नूं वेख के इवें लगदा भी जिवें कोई तानाशाह सरकार हुंदी आ तां ओह दमन करदी आ अपनी प्रजा नूं दबा के। ਅੱਜ ਦੇ ਯੁੱਗ ਵਿੱਚ ਵੀ ਬਲਦਾਂ ਨਾਲ ਖੇਤੀ ਕਰਦਾ ਹੋਵੇ, ਉਹਦੇ ਪੈਰਾਂ 'ਚ ਚੱਪਲਾਂ ਨਾ ਹੋਣ, ਉਹ ਨੰਗਾ ਭੁੱਖਾ ਹੋਵੇ, ਉਹਦੇ ਕੋਲ ਰੋਟੀ ਨਾ ਹੋਵੇ ਤੇ ਉਹਦਾ ਸਰੀਰ ਜਿਹੜਾ ਗਲਿਆ ਸੜਿਆ ਬਿਮਾਰੀਆਂ, ਯਾਨੀ ਕਿ ਇਹਨਾਂ ਦੀ ਡਿਕਸ਼ਨਰੀ ਵਿੱਚ ਕਿਸਾਨ ਦੀ ਇਹ ਤਸਵੀਰ ਆਏ, ਇਹ ਕਿਸਾਨ ਦੀ ਡੈਫੀਨੇਸ਼ਨ। ਮੈਂ ਜੇ ਇਹਨੂੰ ਇਹ ਕਹਾਂ ਵੀ ਇਹ ਜਿਹੜਾ ਮੌਜੂਦਾ ਸਰਕਾਰ ਆ ਇਹ ਬਿਲਕੁਲ ਇੰਦਰਾ ਗਾਂਧੀ ਦੇ ਐਮਰਜੈਂਸੀ ਵਾਲੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ, ਵੀ ਕੋਈ ਦੋ ਰਾਏ ਨਹੀਂ। लगता है कि लखे और दीप का कितना कि ਇਹਦੇ ਵਿੱਚ ਦੋਸ਼ ਹੈ, ਕਿਵੇਂ ਦੇਖ ਰਹੇ ਕਿਸੇ ਇੱਕ ਵੀ ਸ਼ਹਿਰੀ ਦਾ ਜਾਨੀ ਮਾਲੀ ਇੱਕ ਪੈਸੇ ਦਾ ਨੁਕਸਾਨ ਪਬਲਿਕ ਪ੍ਰਾਪਰਟੀ ਦਾ ਜਿਹੜਾ ਸੀ ਜਾਂ ਕਿਸੇ ਦੁਕਾਨ ਦਾ, ਕਿਸੇ ਰੇਹੜੀ ਵਾਲੇ ਦਾ, ਕਿਸੇ ਦਾ ਇੱਕ ਵੀ ਬੰਦੇ ਦਾ ਨੁਕਸਾਨ ਨਹੀਂ ਹੋਇਆ। ਇੰਨੀ ਵੱਡੀ ਭੀੜ ਦਿੱਲੀ 'ਚ ਗਈ ਹੋਵੇ ਤੇ ਕਿਸੇ ਦਾ ਨੁਕਸਾਨ ਹੀ ਨਾ ਕਰੇ, ਤੇ ਜਿਹੜੀ ਨੁਕਸਾਨ ਨਹੀਂ ਕਰ ਰਹੀ ਉਹਨਾਂ ਨੂੰ ਦੰਗਈ ਕਿਹਾ ਜਾਏਗਾ। ਸਰਕਾਰ ਤਾਂ ਚਾਹੁੰਦੀ ਸੀ ਕਿ ਕੋਈ ਨਾ ਕੋਈ ਖਲਾਰਾ ਵਧੇ, ਰੌਲਾ ਪਵੇ ਤੇ ਅਸੀਂ ਇਹਨਾਂ ਤੇ ਸਕੰਜਾ ਕੱਸੀਏ। ਜਿਹੜੇ ਬੀਜੇਪੀ ਦੇ ਲੀਡਰ ਸੀਗੇ ਉਹਨਾਂ ਨੇ ਮਤਲਬ ਉਹ ਗੰਦੀ ਜ਼ੁਬਾਨ ਵਰਤੀ ਕਿਸਾਨੀ ਸੰਘਰਸ਼ ਬਾਰੇ। ਕਦੀ ਇਹਨਾਂ ਨੂੰ ਕਿਹਾ ਵੀ ਪਿਕਨਿਕ ਮਨਾਉਂਦੇ ਨੇ, ਕਈਆਂ ਨੇ ਕਿਹਾ ਵੀ ਅੱਤਵਾਦੀ ਨੇ, ਕਈਆਂ ਨੇ ਕਿਹਾ ਇਹ ਨਕਸਲੀ। ਉਹਨਾਂ ਦੀਆਂ ਸਟੇਟਮੈਂਟਾਂ ਸਨ। ਉਹਨਾਂ ਦੇ ਉੱਤੇ ਕੋਈ ਵੀ ਸਰਕਾਰ ਨੇ ਆਪਣੇ MLA ਸੀ, ਆਪਣੇ MP ਸੀ, ਆਪਣੇ ਉਹਨਾਂ ਦੇ ਜਿਹੜੇ ਕਾਰਕੁਨ ਸੀ BJP ਦੇ, RSS ਦੇ, ਉਹਨਾਂ 'ਤੇ ਇੱਕ ਵੀ ਕੇਸ ਦਰਜ ਨਹੀਂ। RSS ਦੇ ਹੈੱਡਕੁਆਟਰ ਦੇ ਉੱਤੇ 60 ਸਾਲ ਝੰਡਾ ਨਹੀਂ ਲੱਗਾ, ਦੇਸ਼ ਦਾ ਤਿਰੰਗਾ ਨਹੀਂ ਲੱਗਾ, ਕਦੀ ਕਿਸੇ ਨੇ ਖਾਪਣੀ ਪਾਈ। ਜਿਹੜੀ ਕਰੋੜਾਂ ਰੁਪਈਆਂ ਦੀ ਜਿਹੜੀ ਜਾਇਦਾਦ ਕਿਸਾਨਾਂ ਦੀ ਨੁਕਸਾਨੀ ਗਈ ਆ ਹੁਣ ਤੱਕ ਇਸ ਮੋਰਚੇ, ਉਹਦਾ ਜ਼ਿੰਮੇਵਾਰ ਕੌਣ? ਇਹ ਤਾਂ ਮੈਂ ਕਹਿੰਦਾ ਵੀ ਇਹ ਕਿਸਾਨ ਜਾਂ ਸਧਾਰਨ ਲੋਕਾਂ ਦਾ ਹੀ ਏਡਾ ਵੱਡਾ ਜਿਗਰਾ। ਕਿਤੇ ਚਾਰ ਵਪਾਰੀਆਂ ਨੂੰ ਇਸ ਤਰ੍ਹਾਂ ਬਹਿ ਕੇ 4 ਦਿਨ ਧਰਨਾ ਲਾਉਣਾ ਪੈ ਜਾਏ, ਕੰਮ ਉਹਨਾਂ ਦੇ ਬੰਦ ਹੋ ਜਾਣ ਤਾਂ ਉਹਨਾਂ ਦੇ ਕੰਨ ਖੁੱਲ੍ਹ ਜਾਣ। ਜਿਹੜਾ ਸਾਡਾ ਖੇਤੀ ਮੰਤਰੀ ਆ ਦੇਸ਼ ਦਾ ਨਰਿੰਦਰ ਤੋਮਰ, ਉਹ ਪਾਰਲੀਮੈਂਟ ਦੇ ਵਿੱਚ ਝੂਠ ਬੋਲ ਰਿਹਾ ਵੀ ਮੈਂ ਕਿਸਾਨਾਂ ਨੂੰ ਪੁੱਛਿਆ ਕਿ ਇਹਨਾਂ ਕਾਨੂੰਨਾਂ 'ਚ ਕਾਲਾ ਕੀ ਆ, ਤੇ ਉਹ ਮੈਨੂੰ ਦੱਸ ਨਹੀਂ ਸਕਿਆ। ਹਾਲਾਂਕਿ ਇਹੋ ਹੀ ਖੇਤੀ ਮੰਤਰੀ ਪਹਿਲਾਂ ਕਹਿ ਚੁੱਕਿਆ ਵੀ ਅਸੀਂ ਇੰਨੀਆਂ ਇਹਦੇ 'ਚ ਸੋਧਾਂ ਕਰਨ ਲਈ ਤਿਆਰ ਹਾਂ। ਜੇ ਤੁਹਾਨੂੰ ਕਿਸਾਨਾਂ ਨੇ ਦੱਸਿਆ ਨਹੀਂ ਤੇ ਫਿਰ ਸੋਧਾਂ ਕਿਹਦੇ ਕਹਿਣ ਤੇ ਕਰਨ ਲੱਗੀਆਂ? ਤੇ ਮੈਂ ਇੱਕ ਗੱਲ ਹੋਰ ਸਮਝਦਾ ਵੀ ਇਹ ਪਹਿਲਾ ਅੰਦੋਲਨ ਆ ਜਿਹਦੇ ਵਿੱਚ ਕੁਝ ਮੰਗਿਆ ਨਹੀਂ ਜਾ ਰਿਹਾ, ਬਲਕਿ ਜੋ ਸਰਕਾਰ ਦੇ ਰਹੀ ਆ ਉਹਨੂੰ ਕਿਹਾ ਜਾ ਰਿਹਾ ਵੀ ਅਸੀਂ ਲੈਣਾ ਨਹੀਂ। ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਤਿਹਾਸ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਬੜੀ ਵੱਡੀ ਭੂਮਿਕਾ ਰਹੀ ਹੈ, ਤੇ ਮੌਜੂਦਾ ਸਥਿਤੀ ਜਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਅਕਾਲ ਤਖਤ ਸਾਹਿਬ ਦੀ ਭੂਮਿਕਾ ਜਾਂ ਜਥੇਦਾਰ ਸਾਹਿਬ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਤੁਸੀਂ ਬਣੇ ਹੋ ਪੰਜਾਬੀ ਵਿਰਾਸਤ USA ਚੈਨਲ ਦੇ ਨਾਲ। ਮੈਂ ਰਜਿੰਦਰ ਸਿੰਘ ਸਭਰਾ। ਦੋਸਤੋ, ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਕਿਸਾਨੀ ਅੰਦੋਲਨ ਹੈ ਇੱਕ ਲੋਕ ਲਹਿਰ ਬਣ ਚੁੱਕਾ ਹੈ। तमाम ਵਰਗਾਂ ਦੇ ਲੋਕ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਇੱਕ ਜਿਹੜਾ ਵੱਡਾ ਅੰਦੋਲਨ ਭਖਾ ਰਹੇ ਆ, ਪਰ ਦੂਜੇ ਪਾਸੇ ਜਿਹੜਾ ਕੇਂਦਰ ਸਰਕਾਰ ਦੀਆਂ ਨੀਤੀਆਂ ਆ ਉਹ ਉਸੇ ਤਰ੍ਹਾਂ ਇੱਕ ਜਿਵੇਂ ਪਹਿਲਾਂ ਦਾ ਵਰਤਾਓ ਸੀ ਕਿਸਾਨਾਂ ਦੇ ਪ੍ਰਤੀ, ਹੋਰ ਕੌੜਾ ਕਸੈਲਾ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਕਿਸਾਨਾਂ ਦੇ ਪ੍ਰਤੀ ਅੰਦੋਲਨ ਨੂੰ ਭਖਾ ਕੇ, ਜਿਹੜਾ ਪੱਕੇ ਹੋਏ ਅੰਦੋਲਨ ਦੇ ਵਿੱਚ ਇਲਜ਼ਾਮ ਲਗਾ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਪਰ ਜਿਵੇਂ ਵੱਖ-ਵੱਖ ਸ਼ਖਸੀਅਤਾਂ ਇਸ ਅੰਦੋਲਨ ਨੂੰ ਆਪਣੇ ਨਜ਼ਰੀਏ ਤੋਂ ਦੇਖਦੀਆਂ ਹਨ, ਇਸੇ ਤਰ੍ਹਾਂ ਅੱਜ ਅਸੀਂ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ ਦੇ ਨਾਲ ਗੱਲਬਾਤ ਕਰਾਂਗੇ। ਉਹ ਕਿਵੇਂ ਇਸ ਅੰਦੋਲਨ ਨੂੰ ਦੇਖਦੇ ਹਨ। ਭਾਈ ਸਾਹਿਬ, ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਪਿਛਲੇ ਤਕਰੀਬਨ 2.5 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੱਖ-ਵੱਖ ਸਟੇਟਾਂ ਦੇ ਜਿਹੜੇ ਨੇ, ਖਾਸ ਤੌਰ 'ਤੇ ਭਾਰਤ ਦੇ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ। ਇਸ ਤੋਂ ਪਹਿਲਾਂ ਵੀ ਤਕਰੀਬਨ 5-6 ਮਹੀਨੇ ਕਿਸਾਨਾਂ ਨੇ, ਖਾਸ ਤੌਰ 'ਤੇ ਆਪਾਂ ਪੰਜਾਬ ਦੇ ਰਹਿਣ ਵਾਲਿਆਂ 'ਤੇ ਅਤੇ ਆਪਾਂ ਦੇਖਦੇ ਰਹੇ ਹਾਂ ਕਿ
ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਥਾਂ ਪੁਰ ਥਾਂ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਸੀ ਉਹ ਰੋਸ ਕੀਤਾ, ਮੁਜ਼ਾਹਰੇ ਕੀਤੇ, ਧਰਨੇ ਦਿੱਤੇ ਤਾਂ ਕਿ ਸਰਕਾਰ ਤੱਕ, ਪੰਜਾਬ ਸਰਕਾਰ ਤੱਕ ਇਹਦੀ ਆਵਾਜ਼ ਪਹੁੰਚੇ। ਫਿਰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਉਹਦੇ ਵਿੱਚ ਫਿਰ ਰੇਲਾਂ ਰੋਕਣ ਦਾ ਜਾਂ ਰਸਤੇ ਰੋਕਣ ਦਾ ਬਹੁਤ ਲੰਬਾ ਚੌੜਾ ਜਿਹੜਾ ਸੀ ਉਹ ਇਹ ਅੰਦੋਲਨ ਜਿਹੜਾ ਤਕਰੀਬਨ 6 ਮਹੀਨੇ ਤੋਂ ਇਹਨੂੰ ਆਪਾਂ ਕਹਿ ਸਕਦੇ ਵੀ ਚੱਲ ਰਿਹਾ। ਮੌਜੂਦਾ ਦੌਰ ਦੇ ਵਿੱਚ ਇਹ ਅੰਦੋਲਨ ਜਿਹੜਾ ਪੂਰਾ ਆਪਣੇ ਭਖਾ ਦੇ ਉੱਤੇ ਆ ਔਰ ਕਈ ਕਿਸਮ ਦੀਆਂ ਘਟਨਾਵਾਂ ਹੁਣ ਤੱਕ ਇਸ ਅੰਦੋਲਨ ਦੇ ਵਿੱਚ ਵਾਪਰ ਚੁੱਕੀਆਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਆ। ਤਕਰੀਬਨ ਪੌਣੇ 200 ਦੇ ਕਰੀਬ ਕਿਸਾਨਾਂ ਦੀ ਜਾਨ ਚਲੀ ਗਈ ਆ, ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਜੀ ਕਿ ਸੈਂਕੜੇ ਲੋਕਾਂ ਦੇ ਉੱਤੇ ਕੇਸ ਦਰਜ ਹੋ ਗਏ ਨੇ, ਸਮੇਤ ਯੂਨੀਅਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ, ਨੌਜਵਾਨਾਂ ਦੇ ਉੱਤੇ। ਹੁਣ ਤੱਕ ਸਰਕਾਰ, ਜੇ ਮੈਂ ਇਹਨੂੰ ਸਿੱਧੇ ਸ਼ਬਦਾਂ 'ਚ ਕਹਾਂ ਤੇ ਆਪਣੀਆਂ ਤਮਾਮ ਨੀਚ ਹਰਕਤਾਂ ਜਿਹੜੀਆਂ ਗਿਰੀਆਂ ਤੋਂ ਗਿਰੀਆਂ ਹਰਕਤਾਂ ਜਿੰਨੀਆਂ ਸਰਕਾਰ ਕਰ ਸਕਦੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਲੋਕ ਲਹਿਰ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਆ। ਤਾਂ ਭਾਵੇਂ ਕਿ ਸਰਕਾਰ ਕੋਲ ਬਹੁਤ ਸਾਧਨ ਹੁੰਦੇ ਨੇ, ਦੌਲਤ ਦੀ ਘਾਟ ਨਹੀਂ ਗੀ, ਮੈਨ ਪਾਵਰ ਦੀ ਸਰਕਾਰ ਕੋਲ ਘਾਟ ਨਹੀਂ ਗੀ, ਉਹਨਾਂ ਦਾ ਆਪਣਾ ਮੀਡੀਆ ਵਾ, ਪ੍ਰਾਪੋਗੰਡਾ ਕਰਦੇ ਨੇ, ਸਾਜ਼ਿਸ਼ਾਂ ਕਰਦੇ ਨੇ, ਪਰ ਇਹਦੇ ਬਾਵਜੂਦ ਵੀ ਬੜੇ ਸਬਰ ਸਿਦਕ ਨਾਲ ਲੋਕ ਆਪਣੀਆਂ ਮੰਗਾਂ ਵਾਸਤੇ ਤੇ ਆਪਣੇ ਹੱਕਾਂ ਵਾਸਤੇ ਅੜੇ ਹੋਏ ਨੇ। ਇਹਦੇ ਵਿੱਚ ਜੋ ਮੈਂ ਹੁਣ ਤੱਕ ਸਮਝਦਾ ਕਿ ਸਰਕਾਰ, ਜਿਹਨੂੰ ਆਪਾਂ ਕਹਿੰਦੇ ਨਾ ਵੀ ਲੋਕਾਂ ਦੀ ਸਰਕਾਰ, ਲੋਕਾਂ ਦੀ ਚੁਣੀ ਹੋਈ ਸਰਕਾਰ ਤੇ ਲੋਕਾਂ ਲਈ ਕੰਮ ਕਰਦੀ ਆ, ਪਰ ਜੇ ਮੌਜੂਦਾ ਸਰਕਾਰ ਨੂੰ, ਜਿਹੜੀ ਸੈਂਟਰ ਦੀ BJP ਸਰਕਾਰ ਆ, ਮੋਦੀ ਸਰਕਾਰ ਆ, ਜਦੋਂ ਆਪਾਂ ਇਹਨਾਂ ਦੀ ਕਾਰਜਸ਼ੈਲੀ ਵੇਖਦੇ ਹਾਂ ਤਾਂ ਇਵੇਂ ਲੱਗਦਾ ਨਹੀਂ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਆ। ਇਹਨਾਂ ਦਾ ਜਿਹੜਾ ਵਤੀਰਾ ਵਾ ਲੋਕਾਂ ਦੇ ਪ੍ਰਤੀ, ਜਾਂ ਕੰਮ ਕਰਨ ਦਾ ਜਿਹੜਾ ਸਟਾਈਲ ਆ, ਜਾਂ ਜਿਸ ਤਰ੍ਹਾਂ ਇਹ ਵਿਹਾਰ ਕਰਦੀ ਆ ਲੋਕਾਂ ਦੇ ਪ੍ਰਤੀ, ਜਾਂ ਜਿਸ ਤਰ੍ਹਾਂ ਦੀਆਂ ਹੁਣ ਤੱਕ ਇਹਨਾਂ ਸ਼ਰਾਰਤਾਂ ਤੇ ਜੋ ਕਮੀਨਗੀਆਂ ਕੀਤੀਆਂ ਨੇ, ਉਹਨਾਂ ਨੂੰ ਵੇਖ ਕੇ ਇਵੇਂ ਲੱਗਦਾ ਵੀ ਜਿਵੇਂ ਕੋਈ ਤਾਨਾਸ਼ਾਹ ਸਰਕਾਰ ਹੁੰਦੀ ਆ ਤਾਂ ਉਹ ਦਮਨ ਕਰਦੀ ਆ ਆਪਣੀ ਪ੍ਰਜਾ ਨੂੰ ਦਬਾ ਕੇ, ਤੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ 'ਤੇ ਗੱਲ ਥੋਪਦੀ ਆ। ਫਿਰ ਇਹਦੇ ਵਿੱਚ ਤੁਸੀਂ ਵੇਖੋ ਵੀ ਜਦੋਂ ਤੋਂ ਕਿਸਾਨ ਬੈਠੇ ਨੇ, ਸਭ ਤੋਂ ਪਹਿਲਾਂ ਇਹਨਾਂ ਨੇ ਇਲਜ਼ਾਮ ਉਹਨਾਂ ਦੇ ਉੱਤੇ ਲਾਇਆ ਜੀ ਇਹ ਵਿਰੋਧੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਭੜਕਾਏ ਹੋਏ ਆਏ ਨੇ। ਦੂਜੀ ਗੱਲ ਇਹਨਾਂ ਨੇ ਇਹ ਕਹੀ, ਹਾਲਾਂਕਿ ਉਹਦੀ ਬੈਕਗਰਾਊਂਡ ਇਹ ਸੀ ਵੀ ਪੰਜਾਬ ਦੇ ਵਿੱਚ BJP ਦੀ ਐਂਟੀ ਸਰਕਾਰ ਆ, ਕਾਂਗਰਸ ਦੀ। 2 ਮਹੀਨੇ ਇੱਥੇ ਧਰਨੇ ਲੱਗੇ ਰਹੇ, ਇੱਥੇ ਵੀ ਸਰਕਾਰ ਨੂੰ ਪਰੇਸ਼ਾਨ ਕੀਤਾ ਕਿਸਾਨ ਜਥੇਬੰਦੀਆਂ ਨੇ, ਕਿਉਂਕਿ ਕਾਨੂੰਨਾਂ ਦਾ ਮਸਲਾ ਸੀ। ਫਿਰ ਇਸ ਇਲਜ਼ਾਮ ਤੋਂ ਬਾਅਦ ਇਹਨਾਂ ਨੂੰ ਇਹ ਕਿਹਾ ਗਿਆ ਜੀ ਇਹ ਅਰਬਨ ਨਕਸਲੀ ਨੇ, ਉਹਨੂੰ ਨਕਸਲਵਾਦ ਨਾਲ, ਮਾਓਵਾਦ ਨਾਲ ਜੋੜਿਆ ਗਿਆ। ਫਿਰ ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ। ਫਿਰ ਉਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਨੂੰ ਚੀਨ ਜਾਂ ਪਾਕਿਸਤਾਨ ਤੋਂ ਫੰਡਿੰਗ ਹੁੰਦੀ ਆ, ਇਹ ਇਲਜ਼ਾਮ ਵੀ ਲਾਏ ਗਏ। ਫਿਰ ਜਿਹੜੇ ਕਿਸਾਨ ਉੱਥੇ ਗਏ ਸੀ ਉਹਨਾਂ ਦੇ ਸਾਹਮਣੇ ਇਹਨਾਂ ਦੇ ਮੀਡੀਏ ਨੇ, ਜਿਹੜਾ ਵਿਕਾਊ ਕਿਸਮ ਦਾ, ਦਲਾਲ ਕਿਸਮ ਦਾ ਮੀਡੀਆ, ਉਹਨਾਂ ਨੇ ਉਹਨਾਂ ਦੀਆਂ ਫੋਟੋਆਂ, ਸਨੈਪਸ ਵਿਖਾ ਕੇ ਕਿ ਵੇਖੋ ਕਿਸਾਨ ਜੀਨ ਕਿਵੇਂ ਪਾ ਸਕਦਾ, ਇੰਨਾ ਮਹਿੰਗਾ ਫੋਨ ਕਿਵੇਂ ਰੱਖ ਸਕਦਾ, ਗੱਡੀ ਕਿਵੇਂ ਰੱਖ ਸਕਦਾ। ਯਾਨੀ ਕਿ ਇਹ ਜਿਹੜੀ ਕਿਸਾਨ ਦੀ ਇਮੇਜ ਚਾਹੁੰਦੇ ਨੇ ਵੀ ਕਿਸਾਨ ਉਹ ਹੁੰਦਾ ਵਾ ਜਿਹੜਾ ਮਤਲਬ ਅੱਜ ਦੇ ਯੁੱਗ ਵਿੱਚ ਵੀ ਬਲਦਾਂ ਨਾਲ ਖੇਤੀ ਕਰਦਾ ਹੋਵੇ, ਉਹਦੇ ਪੈਰਾਂ 'ਚ ਚੱਪਲਾਂ ਨਾ ਹੋਣ, ਉਹ ਨੰਗਾ ਭੁੱਖਾ ਹੋਵੇ, ਉਹਦੇ ਕੋਲ ਰੋਟੀ ਨਾ ਹੋਵੇ, ਅਤੇ ਉਹਦਾ ਸਰੀਰ ਜਿਹੜਾ ਗਲਿਆ ਸੜਿਆ ਬਿਮਾਰੀਆਂ। ਯਾਨੀ ਕਿ ਇਹਨਾਂ ਦੀ ਡਿਕਸ਼ਨਰੀ ਵਿੱਚ ਕਿਸਾਨ ਦੀ ਇਹ ਤਸਵੀਰ ਆ, ਇਹ ਕਿਸਾਨ ਦੀ ਡੈਫੀਨੇਸ਼ਨ ਆ। ਸੋ ਉਹ ਜਿਹੜੀਆਂ ਸਾਰੀਆਂ ਇਹ ਤਾਂ ਸੀ ਸਾਰੀਆਂ ਇਲਜ਼ਾਮਬਾਜ਼ੀਆਂ। ਫਿਰ ਆਪਾਂ ਵੇਖਿਆ ਕਿ ਮਤਲਬ ਇਹ ਪੰਜਾਬ ਤੋਂ ਦਿੱਲੀ ਜਾਣ ਤੱਕ ਜਿਹੜੇ ਕਿਸਾਨ ਸੀ ਉਹਨਾਂ ਨੂੰ ਕਿੰਨਾ ਲੰਮਾ ਸੰਘਰਸ਼ ਲੜਨਾ ਪਿਆ। ਪੁਲਿਸ ਨੇ ਖੁਦ ਹੀ ਉਹ ਰੋਡ ਪੁੱਟੇ, ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਸਰਕਾਰੀ ਪ੍ਰਾਪਰਟੀ ਹੁੰਦੀ ਆ, ਵੀ ਉਹਨੂੰ ਨੁਕਸਾਨ ਪਹੁੰਚਾਉਣ ਵਾਲੇ 'ਤੇ ਕੇਸ ਦਰਜ ਹੁੰਦਾ। ਪਰ ਹਰਿਆਣਾ ਦੀ ਖੱਟੜ ਸਰਕਾਰ ਨੇ ਉਹ ਵੀ ਕਾਰਾ ਕੀਤਾ ਵੀ ਉਹਨਾਂ ਨੇ ਖੁਦ ਹੀ ਉਹ ਰੋਡ ਪੁੱਟੇ, ਜਿਹਨੂੰ ਪੁੱਟਣ ਦੇ ਉੱਤੇ ਦੂਜਿਆਂ ਦੇ ਉੱਤੇ ਕੇਸ ਦਰਜ ਹੋ ਜਾਂਦੇ ਆ ਵੀ ਸਰਕਾਰੀ ਸੰਪત્ਤੀ ਨੂੰ ਨੁਕਸਾਨ ਪਹੁੰਚਾਇਆ। ਬਿਲਕੁਲ ਜੀ। ਫਿਰ ਉਹ ਬੈਰੀਅਰ ਲਾਏ, ਪਾਣੀ ਦੀਆਂ ਵਿਛਾੜਾਂ ਮਾਰੀਆਂ, ਕਿੰਨਾ ਨੁਕਸਾਨ ਕੀਤਾ। ਫਿਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਹੁਣ ਵੀ ਤੁਸੀਂ ਵੇਖੋ 26 ਜਨਵਰੀ ਦੀ ਘਟਨਾ ਤੋਂ ਬਾਅਦ ਇਹ ਜਿਹੜਾ ਹੁਣ ਤੱਕ ਇੰਟਰਨੈਟ ਬੰਦ ਕਰਤਾ, ਪਾਣੀ ਬੰਦ ਕਰਤਾ, ਬਿਜਲੀ ਬੰਦ ਕਰਤੀ, ਕਿੱਲ ਗੱਡ ਤੇ, ਬੈਰੀਅਰ ਪੱਕੇ ਕਰਤੇ, ਕੰਧਾਂ ਕੱਢਤੀਆਂ। ਇਹ ਕੋਈ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਸੁਭਾਅ ਨਹੀਂ ਹੁੰਦਾ। ਇਹ ਹੁੰਦਾ ਵਾ ਵੀ ਸਾਡੇ ਕੋਲ ਬਹੁ ਗਿਣਤੀ ਆ, ਸਾਡੇ ਕੋਲ, ਮੈਂ ਜੇ ਇਹਨੂੰ ਇਹ ਕਹਾਂ ਵੀ ਇਹ ਜਿਹੜਾ ਮੌਜੂਦਾ ਸਰਕਾਰ ਆ ਇਹ ਬਿਲਕੁਲ ਇੰਦਰਾ ਗਾਂਧੀ ਦੇ ਐਮਰਜੈਂਸੀ ਵਾਲੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਆ, ਅਤੇ ਕੋਈ ਦੋ ਰਾਏ ਨਹੀਂ। ਭਾਈ ਸਾਹਿਬ, ਜੇ ਗੱਲ ਕੀਤੀ ਜਾਵੇ ਮੌਜੂਦਾ ਸਮੇਂ ਦੀ, ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ 26 ਜਨਵਰੀ ਦੀ ਕਾਲ ਦਿੱਤੀ ਗਈ ਸੀ, ਅਤੇ ਪਰ ਉਹਦੇ ਵਿੱਚ ਜਾਂ ਦੀਪ ਦੇ ਉੱਪਰ ਜਾਂ ਲੱਖੇ ਦੇ ਉੱਪਰ ਨਿਸ਼ਾਨੇ ਸਾਧੇ ਰਹੇ ਆ, 26 ਨੂੰ ਲੈ ਕੇ ਨਿਸ਼ਾਨੇ ਸਾਧੇ ਜਾ ਰਹੇ ਆ ਅਜੇ ਵੀ ਜਿਹੜੀਆਂ ਜਥੇਬੰਦੀਆਂ ਆ। ਤੁਹਾਨੂੰ ਲੱਗਦਾ ਹੈ ਕਿ ਲੱਖੇ ਔਰ ਦੀਪ ਦਾ ਕਿੰਨਾ ਕੁ ਇਹਦੇ ਵਿੱਚ ਦੋਸ਼ ਹੈ, ਕਿਵੇਂ ਦੇਖਦੇ ਹੋ?
ਮੈਂ ਜੋ ਦੇਖੋ ਜੀ, ਕਿਉਂਕਿ ਸ਼ੁਰੂਆਤੀ ਦਿਨ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਮਤਲਬ ਅੰਦੋਲਨ ਕਰਨਾ ਸ਼ੁਰੂ ਕੀਤਾ, ਧਰਨੇ, ਮੁਜ਼ਾਹਰੇ, ਮੋਰਚੇ ਲਾਉਣੇ ਸ਼ੁਰੂ ਕੀਤੇ, ਉਸ ਦਿਨ ਤੋਂ ਮੈਂ ਲਗਾਤਾਰ ਮੀਡੀਆ ਦੇ ਵਿੱਚ ਇਹਨੂੰ ਹਰ ਖਬਰ ਨੂੰ ਪੜ੍ਹਦੇ ਸੁਣਦੇ, ਕਿਉਂਕਿ ਖੁਦ ਵੀ ਆਪਾਂ ਕਿਸਾਨ ਪਰਿਵਾਰ ਨਾਲ ਤੇ ਪਿੰਡ ਦੇ ਰਹਿਣ ਵਾਲੇ ਹੋਣ ਕਰਕੇ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਨਾਲ ਲਗਾਵ ਹੋਣ ਕਰਕੇ ਤੇ ਹਰ ਗੱਲ ਨੂੰ, ਖਬਰ ਨੂੰ ਸੁਣਦੇ, ਹਰ ਤਰ੍ਹਾਂ ਦੇ ਪੱਖ ਨਾਲ, ਵਿਰੋਧੀਆਂ ਦੀ ਵੀ, ਆਪਣਿਆਂ ਦੀ ਵੀ, ਕਿਉਂਕਿ ਮੀਡੀਆ ਦਾ ਯੁੱਗ ਆ। ਪਰ ਜਿਹੜੀ 26 ਜਨਵਰੀ ਦੀ ਘਟਨਾ ਵੀ ਮੈਂ ਇਹਨੂੰ ਇਵੇਂ ਸਮਝਦਾ ਕਿ ਸਰਕਾਰ ਨੇ ਬਹੁਤ ਵੱਡਾ ਇੱਕ ਖੜਯੰਤਰ ਖੜਾ ਕਰਕੇ, ਸਾਜ਼ਿਸ਼ ਖੜੀ ਕਰਕੇ, ਕਿਉਂਕਿ ਵੇਖੋ ਜਿਹੜੀ ਦਿੱਲੀ ਦੀ ਪੁਲਿਸ ਆ, ਉਹ ਦਿੱਲੀ ਸਰਕਾਰ ਦੇ ਅੰਡਰ ਨਹੀਂ ਹੈਗੀ, ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੰਦਰ ਆ। ਰੂਟ ਵੀ ਉਹਨਾਂ ਨੇ ਦੇਣਾ ਸੀ। ਹੁਣ ਵੇਖੋ, ਮੈਂ ਅਕਸਰ ਹੀ ਆਪਾਂ ਗੱਲ ਕਰਦੇ ਵੀ ਆਪਾਂ ਆਪਣੀ ਤਹਿਸੀਲ, ਆਪਣੇ ਲਾਗੇ ਦੇ ਸ਼ਹਿਰ 'ਚ ਵਿੱਚ ਚਲੇ ਜਾਈਏ ਅਤੇ ਕਈ ਵਾਰ ਜਿਹੜੀਆਂ ਗਲੀਆਂ ਜਾਂ ਰਾਹਾਂ ਦਾ ਆਪਾਂ ਨੂੰ ਪਤਾ ਨਾ ਹੋਵੇ, ਆਪਾਂ ਉੱਥੇ ਵੀ ਕਈ ਵਾਰ ਉਲਝ ਜਾਂਦੇ ਹਾਂ, ਸਾਨੂੰ ਪੁੱਛ ਕੇ ਲੰਘਣਾ ਪੈਂਦਾ। ਹੁਣ ਜਿਹੜੇ ਕਿਸਾਨ ਨੇ ਉਹ ਕੋਈ ਦਿੱਲੀ ਦੇ ਰਹਿਣ ਵਾਲੇ ਤਾਂ ਹੈ ਨਹੀਂ, ਬਾਹਰਲੀਆਂ ਸਟੇਟਾਂ 'ਚੋਂ ਗਏ ਨੇ, ਕਈਆਂ ਨੇ ਦਿੱਲੀ ਪਹਿਲੀ ਵਾਰ ਵੇਖੀ ਆ। ਰੂਟ ਜਿਹੜੇ ਨੇ ਉਹ ਕਿਸਾਨ, ਟਰੈਕਟਰ ਅਤੇ ਮੈਨ ਪਾਵਰ ਇੰਨੀ ਜ਼ਿਆਦਾ ਚਲੀ ਗਈ, ਜਿਸ ਨੂੰ ਸਾਂਭਣਾ ਬਹੁਤ ਜ਼ਿਆਦਾ ਕਠਿਨ ਸੀ। ਇਸ ਗੱਲ ਤੋਂ ਸਰਕਾਰ ਨੇ ਪਹਿਲਾਂ ਹੀ ਯਾਨੀ ਕਿ ਘਬਰਾ ਕੇ, ਜਿਹੜਾ ਸੀ ਪੁਲਿਸ ਪ੍ਰਸ਼ਾਸਨ ਨੇ ਪੂਰੀਆਂ ਸ਼ਰਾਰਤਾਂ ਨਾਲ ਉਹਨਾਂ ਦੇ ਰੂਟ ਬਦਲੀ ਕੀਤੇ, ਉਹਨਾਂ ਨੂੰ ਮੌਕਾ ਮੁਹੱਈਆ ਕਰਵਾਇਆ, ਫਿਰ ਉਹਨਾਂ ਦੇ ਡਾਂਗਾਂ ਮਾਰੀਆਂ। ਹੁਣ ਜਿਨ੍ਹਾਂ ਦੇ ਡਾਂਗਾਂ ਵੱਜਦੀਆਂ 10 ਬੰਦੇ ਅੱਗੋਂ ਜਵਾਬ ਨਹੀਂ ਦੇਣਗੇ, ਇੱਕ ਅੱਧਾ ਤਾਂ ਦੇ ਹੀ ਦਿੰਦਾ। ਜੇ ਇੱਕ ਟਰੈਕਟਰ ਦੇ ਮਗਰ 15 ਜਾਣੇ ਡਾਂਗਾਂ ਵਾਲੇ ਲੱਗ ਜਾਣਗੇ ਅਤੇ ਉਹ ਆਪਣਾ ਬਚਾਅ ਕਰਨ ਲਈ ਟਰੈਕਟਰ ਭਜਾਊਗਾ, ਘੇਰੇ 'ਚੋਂ ਕੱਢੂਗਾ, ਇਸ ਤਰ੍ਹਾਂ। ਪਰ ਤੁਸੀਂ ਵੇਖੋ ਵੀ ਮੀਡੀਆ ਨੇ ਓਨੀਆਂ ਗੱਲਾਂ, ਜਿੱਥੇ ਤਾਂ ਪੁਲਿਸ ਵਾਲੇ ਡਾਂਗਾਂ ਨਾਲ ਕੁੱਟ ਰਹੇ ਉਹ ਨਹੀਂ ਵਿਖਾਇਆ, ਜਿੱਥੇ ਇੱਕ ਬੰਦਾ ਅੱਗੋਂ ਜਵਾਬੀ ਹਮਲਾ ਕਰ ਰਿਹਾ ਤੈਸ਼ ਵਿੱਚ ਆ ਕੇ ਉਹ ਵਿਖਾਇਆ, ਜਿੱਥੇ ਟਰੈਕਟਰ ਗੋਲ ਗੋਲ ਘੁੰਮ ਰਿਹਾ ਵਾ ਵੀ ਉਹ ਪੁਲਿਸ ਵਾਲਿਆਂ ਨੂੰ ਵੇਖੋ ਜੀ ਟਰੈਕਟਰ ਵਾਲਾ ਮਾਰ ਰਿਹਾ, ਇਹ ਨਹੀਂ ਦੱਸ ਰਿਹਾ ਵੀ ਇਹ 15 ਜਾਣੇ ਟਰੈਕਟਰ ਵਾਲੇ ਦੇ ਮਗਰ ਲੱਗੇ ਹੋਏ ਆ, ਉਹ ਇਹਨਾਂ ਨੂੰ ਮਾਰਨ ਵਾਸਤੇ ਦਿੱਲੀ ਨਹੀਂ ਗਿਆ ਆਪਣਾ ਹਜ਼ਾਰਾਂ ਰੁਪਈਆਂ ਦਾ ਤੇਲ ਫੂਕ ਕੇ। ਵੇਖੋ, ਇੱਕ ਟਰੈਕਟਰ ਜਿਹੜਾ ਵਾ ਲੱਖਾਂ ਰੁਪਈਆਂ ਦੀ ਜਾਇਦਾਦ ਆ, ਲੱਖਾਂ ਰੁਪਈਆਂ ਦੀ ਜਾਇਦਾਦ ਲੈ ਕੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇਹਨਾਂ ਖਰਚਾ ਕਰਕੇ ਉਹ ਦਿੱਲੀ 'ਚ ਪੁਲਿਸ ਵਾਲਿਆਂ ਨੂੰ ਮਾਰਨ ਗਿਆ। ਹਾਲਾਂਕਿ ਉਹਦੇ ਮਗਰ 15-20 ਜਾਣੇ ਜਦੋਂ ਡਾਂਗਾਂ ਲੈ ਕੇ ਪਏ ਹੋਏ ਆ ਅਤੇ ਉਹ ਆਪਣੇ ਬਚਾਅ ਲਈ ਟਰੈਕਟਰ ਘੁਮਾ ਰਿਹਾ, ਅਤੇ ਜਦੋਂ ਉਹਨੂੰ ਮੌਕਾ ਮਿਲਦਾ ਉਹ ਨਿਕਲ ਜਾਂਦਾ, ਪਰ ਮੀਡੀਆ ਉਹਨੂੰ ਕਿਵੇਂ ਵਿਖਾ ਰਿਹਾ। ਯਾਨੀ ਕਿ ਇਹ ਤਾਂ ਮੀਡੀਆ ਦਾ ਕੰਮ ਆ। ਉਹਨਾਂ ਨੇ ਇਹ ਟੋਟਲ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੀ 26 ਜਨਵਰੀ ਨੂੰ ਘਟਨਾ ਹੋਈ ਉਹ ਵੱਖਵਾਦੀ, ਦੇਸ਼ ਧਰੋਹੀ, ਖਾਲਿਸਤਾਨੀ, ਮਾਓਵਾਦੀਆਂ ਨੇ ਕੀਤੀ, ਜਾਂ ਇਉਂ ਕਹਿ ਲਓ ਵੀ ਇਹਨਾਂ ਨੇ ਜੀ ਦੇਸ਼ ਧਰੋਹ ਕੀਤਾ। ਹਾਲਾਂਕਿ ਇਹੋ ਜਿਹਾ ਕੋਈ ਵੀ ਕੰਮ ਨਹੀਂ ਹੋਇਆ ਜਿਹਨੂੰ ਦੇਸ਼ ਧਰੋਹ ਕਿਹਾ ਜਾਵੇ। ਪੁਲਿਸ ਨਾਲ ਕਲੈਸ਼ ਹੋਇਆ, ਟਕਰਾਅ ਹੋਇਆ ਕਿਸਾਨਾਂ ਦਾ, ਉਹਦੀ ਜਾਂਚ ਕਰਨ ਦੀ ਲੋੜ ਸੀ ਵੀ ਪੁਲਿਸ ਨਾਲ ਟਕਰਾਅ। ਜੇ ਉਹਨਾਂ ਨੂੰ ਇੱਥੋਂ ਤੱਕ ਕਿ ਮੈਂ ਕੁਝ ਚੈਨਲ ਵੇਖਦਾ ਰਿਹਾ ਜਿਨ੍ਹਾਂ ਨੂੰ ਆਪਾਂ ਗੋਦੀ ਮੀਡੀਆ ਦੇ ਚੈਨਲ ਕਹਿੰਦੇ ਹਾਂ, ਉਹ ਦੰਗਈ ਕਹਿੰਦੇ ਰਹੇ। ਜਿਹੜੇ ਕਿਸਾਨ ਨੇ ਜਿਨ੍ਹਾਂ ਨਾਲ ਪੁਲਿਸ ਦਾ ਟਕਰਾਅ, ਉਹਨਾਂ ਨੂੰ ਦੰਗਈ ਕਿਹਾ। ਹਾਲਾਂਕਿ ਇਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਦੰਗਾ ਕਿਹਨੂੰ ਕਿਹਾ ਜਾਂਦਾ। ਕਿਸੇ ਇੱਕ ਵੀ ਸ਼ਹਿਰੀ ਦਾ ਜਾਨੀ ਮਾਲੀ, ਇੱਕ ਪੈਸੇ ਦਾ ਨੁਕਸਾਨ ਪਬਲਿਕ ਪ੍ਰਾਪਰਟੀ ਦਾ ਜਿਹੜਾ ਸੀ, ਜਾਂ ਕਿਸੇ ਦੁਕਾਨ ਦਾ, ਕਿਸੇ ਰੇਹੜੀ ਵਾਲੇ ਦਾ, ਕਿਸੇ ਦਾ, ਇੱਕ ਵੀ ਬੰਦੇ ਦਾ ਨੁਕਸਾਨ ਨਹੀਂ ਹੋਇਆ। ਇੰਨੀ ਵੱਡੀ ਭੀੜ ਦਿੱਲੀ 'ਚ ਗਈ ਹੋਵੇ ਅਤੇ ਕਿਸੇ ਦਾ ਨੁਕਸਾਨ ਹੀ ਨਾ ਕਰੇ, ਅਤੇ ਜਿਹੜੀ ਨੁਕਸਾਨ ਨਹੀਂ ਕਰ ਰਹੀ ਉਹਨਾਂ ਨੂੰ ਦੰਗਈ ਕਿਹਾ ਜਾਏ। ਨੁਕਸਾਨ ਕਿੱਥੇ ਹੋਇਆ? ਜਿੱਥੇ ਉਹਨਾਂ ਦੇ ਰਸਤੇ ਬੰਦ ਕੀਤੇ ਗਏ, ਜਿੱਥੇ ਉਹਨਾਂ ਨੂੰ ਡਾਂਗਾਂ ਮਾਰੀਆਂ ਗਈਆਂ, ਜਿੱਥੇ ਉਹਨਾਂ ਨਾਲ ਕਲੈਸ਼ ਕੀਤਾ ਗਿਆ। ਬੇਮੁਹਾਰੀ ਭੀੜ ਸੀ, ਉਹਨਾਂ ਨਾਲ ਪੁਲਿਸ ਨੇ ਟਕਰਾਅ ਕੀਤਾ ਅਤੇ ਪੁਲਿਸ ਦੇ ਜਵਾਬੀ ਹਮਲੇ ਦੇ ਵਿੱਚ ਲੋਕਾਂ ਨੇ ਕੰਮ ਕੀਤਾ। ਹਾਲਾਂਕਿ ਪੁਲਿਸ ਨੂੰ ਤਾਂ ਇਹ ਗੱਲ ਪਤਾ ਹੁੰਦੀ ਆ ਵੀ ਅਸੀਂ ਭੀੜ ਨੂੰ ਕਿਵੇਂ ਸ਼ਾਂਤ ਰੱਖਣਾ ਹੁੰਦਾ। ਦੂਜੀ ਗੱਲ ਮੈਂ ਇਹਦੇ ਵਿੱਚ ਇਹ ਸਮਝਦਾ, ਇਹ ਤਾਂ ਹੁਣ ਚਲੋ ਸੱਚਾਈਆਂ ਉਗੜ ਕੇ ਸਾਹਮਣੇ ਆ ਰਹੀਆਂ ਜਾਂ ਆਉਂਦੀਆਂ ਵੀ ਰਹਿਣਗੀਆਂ, ਪਰ ਉਹਦੇ ਵਿੱਚ ਇਹ ਸੀ ਵੀ ਜਦੋਂ ਕੋਈ ਇਹੋ ਜਿਹਾ ਮੋਰਚਾ ਲੱਗਦਾ ਜਾਂ ਸੰਘਰਸ਼ ਚੱਲਦਾ ਤਾਂ ਉਹਦੇ ਵਿੱਚ ਸਾਰੀ ਲੀਡਰਸ਼ਿਪ ਇੱਕ ਸੁਰ ਕਦੇ ਨਹੀਂ ਹੁੰਦੀ। ਉਹ ਵਿਚਾਰਾਂ ਦੇ ਵਖਰੇਵੇਂ ਵੀ ਹੁੰਦੇ ਨੇ, ਕਿਉਂਕਿ ਹੁਣ ਆਪਾਂ ਵੇਖੀਏ ਨਾ, ਜਿੰਨੀਆਂ ਵੀ ਯੂਨੀਅਨਾਂ ਨੇ, ਤਕਰੀਬਨ 40 ਕਰੀਬ ਜਥੇਬੰਦੀਆਂ ਨੇ, ਸੰਯੁਕਤ ਮੋਰਚੇ ਜਾਂ ਹੋਰ ਵੀ ਨੇ ਜਿਹੜੀਆਂ ਬਾਹਰੋਂ ਹੈਲਪ ਕਰ ਰਹੀਆਂ ਨੇ, ਉਹਦੇ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਨੇ। ਕੁਝ ਜਿਹੜੇ ਮੂਲ ਰੂਪ ਵਿੱਚ ਸਿੱਖੀ ਨੂੰ ਸਮਰਪਿਤ, ਸਿੱਖੀ ਨੂੰ ਜੀਣ ਵਾਲੇ, ਕੁਝ ਸਿੱਖਾਂ ਦੀਆਂ ਸਮਾਜਿਕ ਜਥੇਬੰਦੀਆਂ ਨੇ, ਕੁਝ ਧਾਰਮਿਕ ਨੇ, ਕੁਝ ਰਾਜਨੀਤਿਕ ਨੇ, ਕੁਝ ਉਹਦੇ ਵਿੱਚ ਜਿਹੜੀਆਂ ਨੇ ਜਿਵੇਂ ਆਪਾਂ ਕਹਿ ਲਈਏ ਕਮਿਊਨਿਸਟ ਵਿਚਾਰਧਾਰਾ ਨਾਲ ਸੰਬੰਧ ਰੱਖਦੀਆਂ ਨੇ, ਕੁਝ ਉਹਦੇ ਵਿੱਚ ਜਿਹੜੀਆਂ ਦੂਜੀਆਂ ਪੰਚਾਇਤਾਂ ਨੇ, ਖਾਪ ਪੰਚਾਇਤਾਂ ਹੋ ਗਈਆਂ, ਹੋਰ ਬਹੁਤ, ਯਾਨੀ ਕਿ ਰਲੇਵਾਂ ਵਾਂ। ਮੁੱਖ ਮੁੱਦਾ ਇਹ ਸੀਗਾ ਵੀ ਜਿਹੜੇ ਕਾਲੇ ਕਾਨੂੰਨ ਨੇ ਸਰਕਾਰ ਨੇ ਪਾਸ ਕੀਤੇ, ਜਾਂ ਹੋਰ ਜਿਹੜੀਆਂ ਸਾਡੀਆਂ ਕੁਝ ਹੱਕੀ ਮੰਗਾਂ ਨੇ, ਉਹਨਾਂ ਦੇ ਉੱਤੇ ਕੇਂਦਰਿਤ ਰਹਿ ਕੇ ਗੱਲ ਕਰਨੀ। ਬਾਕੀ ਜਿਹੜੀ 26 ਜਨਵਰੀ ਦੀ ਘਟਨਾ ਵਿੱਚ ਨੌਜਵਾਨਾਂ 'ਤੇ ਪਰਚੇ ਹੋਣ ਦੀ ਜਾਂ ਦੋਸ਼ ਆਰੋਪਣ ਦੀ, ਉਹ ਤਾਂ ਉਹਨੂੰ ਮੈਂ ਇਵੇਂ ਸਮਝਦਾ ਵਾਂ ਵੀ ਗੈਰ ਕਾਨੂੰਨੀ ਗੱਲ ਇਹ ਜ਼ਰੂਰ ਹੋਈ ਆ ਕਿ ਜਿਹੜੀ
ਨੌਜਵਾਨ ਤੇ ਜਿਹੜਾ ਪੁਲਿਸ ਦਾ ਟਕਰਾਅ ਆ ਉਹਦੇ ਵਿੱਚੋਂ ਘੋਖਣ ਦੀ ਲੋੜ ਸੀ। ਪਰ ਜਿਹੜੇ ਬਾਕੀ ਮਸਲੇ ਬਣਾਏ ਮੈਨੂੰ ਲੱਗਦਾ ਉਹ ਸਾਡੇ ਮੀਡੀਆ ਦੇ ਅੰਡਰ ਪ੍ਰੈਸ਼ਰ ਹੋ ਕੇ ਬਣੇ ਨੇ। ਹੁਣ ਤੁਸੀਂ ਵੇਖੋ ਨਾ, ਗਾਜੀਪੁਰ ਸਰਹੱਦ ਤੋਂ ਲਾਲ ਕਿਲ੍ਹਾ ਬਹੁਤੀ ਦੂਰ ਨਹੀਂ ਗਾ, 10-11 ਕਿਲੋਮੀਟਰ ਦਾ ਏਰੀਆ ਹੋਊਗਾ। ਤਾਂ ਉੱਥੋਂ ਜਾ ਕੇ ਨੌਜਵਾਨ ਜਦੋਂ ਉਹਨਾਂ ਨੂੰ ਰਾਹ ਦਿੱਤਾ ਗਿਆ ਤੇ ਉਹ ਪੁਲਿਸ ਜਿਹੜੀ ਆਰਾਮ ਨਾਲ ਕੁਰਸੀਆਂ 'ਤੇ ਬੈਠੀ ਹੋਈ, ਇਹਦਾ ਮਤਲਬ ਆ ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰ ਨੇ ਮੌਕਾ ਮੁਹੱਈਆ ਕੀਤਾ। ਤੇ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਜਿੱਥੇ ਭੀੜ ਹੋਊਗੀ, ਜਿੱਥੇ ਹਜ਼ਾਰਾਂ ਲੱਖਾਂ ਦਾ ਇਕੱਠ ਹੋਊਗਾ, ਉੱਥੇ ਕੁਝ 100,000 ਬੰਦਾ ਇਸ ਤਰ੍ਹਾਂ ਦੀ ਕਾਰਵਾਈ ਜੇ ਕਰਦਾ ਤਾਂ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ। ਇਹ ਰੋਕਣਾ ਹੁੰਦਾ ਵਾ ਲੀਡਰਸ਼ਿਪ ਨੇ, ਰੋਕਣਾ ਹੁੰਦਾ ਵਾ ਪੁਲਿਸ ਨੇ, ਸਰਕਾਰ ਨੇ, ਲੋਕਾਂ ਨੂੰ ਸ਼ਾਂਤ ਰੱਖਣਾ ਹੁੰਦਾ। ਲੋਕ ਐਡੀ ਦੂਰ ਲੜਨ ਨਹੀਂ ਗਏ। ਦੰਗੇ ਜਿਹੜੇ ਕਹਿ ਰਹੇ ਨੇ ਗੋਦੀ ਮੀਡੀਆ ਦੇ ਚੈਨਲ ਦੰਗਈ, ਕੀ ਇਹਨਾਂ ਨੂੰ ਪਤਾ ਨਹੀਂ ਦੰਗੇ ਕਿੱਦਾਂ ਹੁੰਦੇ ਨੇ? ਜਿਹੜੇ ਯੂਪੀ 'ਚ ਦੰਗੇ ਹੋਏ, ਗੁਜਰਾਤ 'ਚ ਦੰਗੇ ਹੋਏ, ਦੰਗੇ ਉਹਨਾਂ ਨੂੰ ਕਿਹਾ ਜਾਂਦਾ। ਇਹ ਇੱਕ ਆਮ, ਹਰ ਕਿਤੇ ਕਿਸੇ ਵੀ ਅੰਦੋਲਨ 'ਚ ਤੁਸੀਂ ਵੇਖ ਲਓ, ਧਰਨੇ ਮੁਜ਼ਾਹਰੇ ਹੁੰਦੇ, ਉੱਥੇ ਪੁਲਿਸ ਨਾਲ ਟਕਰਾਅ ਆਮ ਹੀ ਹੁੰਦਾ। ਜਿਹੜੇ ਮੁਜ਼ਾਹਰਾਕਾਰੀ ਉਹਨਾਂ ਦਾ ਟਕਰਾਅ ਹੁੰਦਾ। ਪਰ ਇਹ ਟਕਰਾਅ ਪੁਲਿਸ ਜਿਹੜੀ ਸੀ ਰੋਕ ਸਕਦੀ ਸੀ ਜੇ ਉਹਨਾਂ ਨੂੰ ਆਰਾਮ ਨਾਲ ਉਹਨਾਂ ਦਾ ਰੂਟ ਦੇ ਕੇ ਉਹਨਾਂ ਨੂੰ ਵਾਪਸ ਉੱਥੇ ਲੈ ਆਉਂਦੀ, ਸਹਿਯੋਗ ਕਰਦੀ ਉਹਦੇ ਵਿੱਚ। ਪਰ ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀ ਕਿ ਕੋਈ ਨਾ ਕੋਈ ਖਲਾਰਾ ਵਧੇ, ਰੌਲਾ ਪਵੇ ਤੇ ਅਸੀਂ ਇਹਨਾਂ 'ਤੇ ਸਕੰਜਾ ਕੱਸੀਏ। ਉਦੋਂ ਅਗਲੇ ਦਿਨ ਫਿਰ ਤੁਸੀਂ ਵੇਖੋ ਵੀ ਇਹਨਾਂ ਨੇ ਗਾਜੀਪੁਰ ਜਿਹੜੀ ਬਾਰਡਰ ਦੇ ਉੱਤੇ ਫਿਰ ਸਖਤਾਈ ਕਰਨੀ ਸ਼ੁਰੂ ਕਰਤੀ। ਜੇ ਮਗਰੋਂ ਇੰਨਾ ਜਨ ਸੈਲਾਬ ਨਾ ਉੱਠਦਾ ਤਾਂ ਇਹਨਾਂ ਨੇ ਹੌਲੀ ਹੌਲੀ ਪਹਿਲੋਂ ਗਾਜੀਪੁਰ ਬਾਰਡਰ ਨੂੰ, ਫਿਰ ਸਿੰਘੂ, ਕੁੰਡਲੀ, ਟਿਕਰੀ, ਇਹਨਾਂ ਸਾਰੇ ਬਾਰਡਰਾਂ 'ਤੇ ਹੌਲੀ ਹੌਲੀ ਇਸ ਤਰ੍ਹਾਂ ਸਖਤਾਈਆਂ ਕਰਕੇ ਹੁਣ ਵੀ ਮਗਰੋਂ ਕੀਤੀਆਂ ਹੀ ਨੇ। ਸੋ ਉਹਦੇ ਵਿੱਚ ਮੈਂ ਜੋ ਸਮਝਦਾ ਵੀ ਇਹ ਤਾਂ ਚਲੋ ਭਵਿੱਖ ਦੱਸੂਗਾ ਵੀ ਕਿਹੜੇ ਬੰਦੇ ਨੇ ਕੀ ਕੀਤਾ, ਕਿਸ ਤਰ੍ਹਾਂ ਕੀਤਾ। ਪਰ ਜੋ ਅਸੀਂ ਇੱਕ ਆਮ ਸਧਾਰਨ ਬੰਦਿਆਂ ਦੇ ਰੂਪ ਵਿੱਚ ਬੇਨਤੀ ਕਰ ਸਕਦੇ ਹਾਂ ਉਹ ਇਹ ਕਹਿ ਸਕਦੇ ਹਾਂ ਵੀ ਜਿਹੜੀ ਖਾਸ ਤੌਰ 'ਤੇ ਕਿਸਾਨੀ ਮੋਰਚਿਆਂ ਦੀਆਂ ਜਿਹੜੀਆਂ ਸਟੇਜਾਂ ਨੇ, ਉਹਨਾਂ ਤੋਂ ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਨਹੀਂ ਹੋਣੀ ਚਾਹੀਦੀ। ਉਹ ਸਰਕਾਰ ਨੂੰ ਇੱਕ ਸਪੇਸ ਦਿੰਦੀ ਆ ਤੁਹਾਡੇ ਵਿਰੋਧ ਵਿੱਚ ਭੁਗਤਣ ਲਈ। ਜਦੋਂ ਅਸੀਂ ਕਹਾਂਗੇ ਵੀ ਸਾਡੇ ਨਾਲ ਆਏ ਬੰਦੇ ਗਦਾਰ ਨੇ ਜਾਂ ਸਾਨੂੰ ਇਹ ਕਹਿਣ ਦੀ ਲੋੜ ਨਹੀਂ। ਪੁਲਿਸ ਤਾਂ ਵੈਸੇ ਹੁਣ ਵੇਖੋ ਨਾ ਤੁਸੀਂ, ਕਿਸਾਨ ਆਗੂਆਂ 'ਤੇ ਹੀ ਪੁਲਿਸ ਨੇ ਪਰਚੇ ਦਰਜ ਕਰਤੇ। ਇੱਕ ਸਵਾਲ ਹੈ ਕਿ ਸੋਸ਼ਲ ਮੀਡੀਆ ਜਿਹੜਾ ਇੱਕ ਲੋਕਾਂ ਵਾਸਤੇ ਚੰਗਾ ਪਲੇਟਫਾਰਮ ਹੀ, ਉੱਥੇ ਚੰਗਾ ਸੁਨੇਹਾ ਵੀ ਪਹੁੰਚਦਾ ਆ। ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਕਿਸਾਨੀ ਅੰਦੋਲਨ ਦਾ ਜਾਂ ਜਿਹੜੀਆਂ ਆਗੂ ਜਥੇਬੰਦੀਆਂ ਨੇ ਉਹਨਾਂ ਦੇ ਪ੍ਰਤੀ ਜਿਹੜਾ ਵੱਖ-ਵੱਖ ਸ਼ਰਾਰਤੀ ਅੰਸਰ ਲਾ ਲਓ, ਜਾਂ ਦੀਪ ਜਾਂ ਲੱਖੇ ਦੇ ਜਿਹੜੇ ਹੱਕੀ ਲੋਕ ਜਿਹੜੇ ਉਹਨਾਂ ਦੇ ਸਮਰਥਕ ਹੈ, ਉਹਨਾਂ ਦੇ ਵੱਲੋਂ ਲਗਾਤਾਰ ਇਹ ਸਵਾਲ ਕੀਤੇ ਜਾ ਰਿਹਾ। 26 ਨੂੰ ਜੋ ਵਾਪਰਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਦੀਆਂ ਸਟੇਜਾਂ ਆ, ਉਹਨਾਂ ਦੇ ਉੱਪਰੋਂ ਜਿਹੜਾ ਲੋਕਾਂ ਦਾ ਮਨੋਬਲ ਡਿੱਗਿਆ ਜਾਣਾ, ਕਿਉਂਕਿ ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ ਆ। ਅਤੇ ਜੋ 26 ਜਨਵਰੀ ਨੂੰ ਹੋਇਆ ਉਹ ਨੌਜਵਾਨਾਂ ਨੇ ਆਪ ਹੁਦਰੇ ਹੋ ਕੇ ਕੀਤਾ ਜਾਂ ਕਿਸੇ ਨੇ ਕਰਵਾਇਆ। ਪਰ ਇਸ ਵਕਤ ਦੀਪ ਔਰ ਲੱਖੇ ਦੇ ਉੱਪਰ ਜਿਹੜਾ ਸਰਕਾਰ ਦੇ ਵੱਲੋਂ ਇਨਾਮ ਰੱਖ ਕੇ ਉਹਨਾਂ ਨੂੰ ਫੜਾਉਣ ਦਾ ਜਿਹੜਾ ਆ, ਇਸ ਵਕਤ ਉਹਨਾਂ ਉੱਪਰ ਇਨਾਮ ਰੱਖਿਆ ਗਿਆ ਆ। ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜਿਹੜੀਆਂ ਜਥੇਬੰਦੀਆਂ ਆ ਜਾਂ ਹੋਰ ਲੋਕ, ਉਹਨਾਂ ਨੂੰ ਸਾਥ ਦੇਣਾ ਚਾਹੀਦਾ ਹੈ ਨੌਜਵਾਨ ਆ ਸਾਡੇ? ਵੇਖੋ ਜੀ, ਮੇਰਾ ਨਿੱਜੀ ਤੌਰ 'ਤੇ ਮੰਨਣਾ, ਬਾਕੀ ਤਾਂ ਚਲੋ ਫੈਸਲਾ ਲੀਡਰ ਨੇ, ਬੜੇ ਸਿਆਣੇ ਨੇ, ਤਜਰਬੇਕਾਰ ਨੇ, ਸਾਰੇ ਹੀ ਬੜੇ ਸੁਲਝੇ ਪੜ੍ਹੇ ਲਿਖੇ ਲੋਕ ਨੇ। ਪਰ ਨਿੱਜੀ ਤੌਰ ਦੇ ਉੱਤੇ ਮੇਰਾ ਇਹ ਮੰਨਣਾ ਵਾ, ਮੈਂ ਇੱਕ ਗੱਲ ਕਈ ਵਾਰ ਸੋਚਦਾ, ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ, ਉਹ ਕਈ ਲੋਕਾਂ ਦੀਆਂ ਐਸੀਆਂ ਜਿਹੜੇ ਬੀਜੇਪੀ ਦੇ ਲੀਡਰ ਸੀਗੇ, ਉਹਨਾਂ ਨੇ ਮਤਲਬ ਉਹ ਗੰਦੀ ਜ਼ਬਾਨ ਵਰਤੀ ਕਿਸਾਨੀ ਸੰਘਰਸ਼ ਬਾਰੇ। ਕਦੀ ਇਹਨਾਂ ਨੂੰ ਕਿਹਾ ਵੀ ਪਿਕਨਿਕ ਮਨਾਉਂਦੇ ਨੇ, ਕਈਆਂ ਨੇ ਕਿਹਾ ਵੀ ਅੱਤਵਾਦੀ ਨੇ, ਕਈਆਂ ਨੇ ਕਿਹਾ ਇਹ ਨਕਸਲੀ। ਉਹਨਾਂ ਦੀਆਂ ਸਟੇਟਮੈਂਟਾਂ ਸੀ। ਉਹਨਾਂ ਦੇ ਉੱਤੇ ਕੋਈ ਵੀ ਸਰਕਾਰ ਨੇ, ਆਪਣੇ MLA ਸੀ, ਆਪਣੇ MP ਸੀ, ਆਪਣੇ ਉਹਨਾਂ ਦੇ ਜਿਹੜੇ ਕਾਰਕੁਨ ਸੀ ਬੀਜੇਪੀ ਦੇ, RSS ਦੇ, ਉਹਨਾਂ 'ਤੇ ਇੱਕ ਵੀ ਕੇਸ ਦਰਜ ਨਹੀਂ ਕੀਤਾ। ਇੱਕ ਤੁਸੀਂ ਹਜ਼ਾਰਾਂ ਦੀ ਭੀੜ ਨੂੰ ਅੱਤਵਾਦੀ ਕਹੋ, ਹਜ਼ਾਰਾਂ ਦੀ ਭੀੜ ਨੂੰ ਤੁਸੀਂ ਦੇਸ਼ ਧਰੋਹੀ ਕਹੋ, ਇਹਦੇ 'ਤੇ ਕਾਰਵਾਈ ਕਰਨੀ, ਪਰਚਾ ਦਰਜ ਹੋਣਾ ਚਾਹੀਦਾ ਸੀ। ਇਹ ਕਿਉਂਕਿ ਆਪਣੇ ਦੇਸ਼ ਦੇ ਲੋਕਾਂ ਨੂੰ ਫਿਰ ਦੇਸ਼ ਪ੍ਰੇਮੀ ਤਾਂ ਇਕੱਲੀ ਇੱਕ ਪਾਰਟੀ ਰਹਿ ਗਈ। ਉਹਨਾਂ ਦੇ ਉੱਤੇ ਕੋਈ ਕਾਰਵਾਈ ਉਹਨਾਂ ਨੇ ਕੀਤੀ। RSS ਦੇ ਹੈੱਡਕੁਆਟਰ ਦੇ ਉੱਤੇ 60 ਸਾਲ ਝੰਡਾ ਨਹੀਂ ਲੱਗਾ, ਦੇਸ਼ ਦਾ ਤਿਰੰਗਾ ਨਹੀਂ ਲੱਗਾ, ਕਦੀ ਕਿਸੇ ਨੇ ਖੱਪ ਨਹੀਂ ਪਾਈ। ਜੇ ਕੋਈ ਮੀਡੀਆ 'ਚ ਪਾਉਂਦਾ ਉਹਨੂੰ ਕਵਰਿੰਗ ਕਰਦੇ ਆ। ਪਰ ਮੈਂ ਸਮਝਦਾ ਵੀ ਮੰਨ ਲਓ 1 ਮਿੰਟ ਵਾਸਤੇ ਆਪਾਂ ਇੱਕ ਪਲ ਲਈ ਇਸ ਗੱਲ ਨੂੰ ਮੰਨੀਏ ਵੀ ਜੇ ਮੁੰਡਿਆਂ ਨੇ ਕਾਲੇ ਹੋ ਕੇ ਕੁਝ ਕੀਤਾ, ਉਹਨਾਂ ਦੀ ਤੱਟ ਫੱਟੀ ਪੈਰਵਈ ਜਿਹੜੀ ਸੀ ਉਹ ਸਾਡੇ ਲੀਡਰ ਸਾਹਿਬਾਨ ਨੂੰ ਕਰਨੀ ਚਾਹੀਦੀ। ਉਹਦਾ ਕਾਰਨ ਇਹ ਆ ਵੀ ਉਹ ਇੱਕ ਨੂੰ ਨਖੇੜ ਕੇ ਨਾ, ਸਪੇਸ ਬਣਾ ਕੇ, ਜਗ੍ਹਾ ਬਣਾ ਕੇ, ਅਤੇ ਉਹਦੇ ਰਾਹੀਂ ਫਿਰ ਆਪਣਾ ਮਸਲਾ ਹੱਲ ਕਰਨ ਦੀ ਸਰਕਾਰ ਜਿਹੜੀ ਆ ਉਹ ਕੋਸ਼ਿਸ਼ ਕਰਦੀ ਹੁੰਦੀ ਆ। ਅਤੇ ਇਹਦੇ ਵਿੱਚ ਜਿਹੜਾ ਵਾ ਹੁਣ ਜੋ ਸਰਕਾਰ ਜਿਹੜੀਆਂ ਕਾਰਵਾਈਆਂ ਕਰ ਰਹੀ ਹੁਣ ਤੱਕ, ਵੀ ਜਿਹੜੀ ਸਰਕਾਰ ਦੇ 250 ਬੰਦਾ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਜਿਹੜਾ ਮਾਰਿਆ ਗਿਆ, ਹੁਣ ਤੱਕ ਆਪਣੀ ਜਾਨ ਗਵਾ ਬੈਠਾ, ਠੰਡ ਨਾ, ਬਿਮਾਰੀਆਂ ਨਾ, ਘਟਨਾਵਾਂ ਵਿੱਚ,
ਜਿਹੜੀ ਕਰੋੜਾਂ ਰੁਪਈਆਂ ਦੀ ਜਿਹੜੀ ਜਾਇਦਾਦ ਕਿਸਾਨਾਂ ਦੀ ਨੁਕਸਾਨੀ ਗਈ ਆ ਹੁਣ ਤੱਕ ਇਸ ਮੋਰਚੇ 'ਤੇ, ਉਹਦਾ ਜ਼ਿੰਮੇਵਾਰ ਕੌਣ ਆ? ਕੀ ਉਹ ਪਬਲਿਕ ਪ੍ਰਾਪਰਟੀ ਨਹੀਂ? ਕੀ ਉਹ ਪਬਲਿਕ ਜਾਇਦਾਦ ਨਹੀਂ? ਕੀ ਉਹ ਲੋਕਾਂ ਦੀ ਕਮਾਈ ਨਹੀਂ? ਇਹਦਾ ਨੁਕਸਾਨ ਸਰਕਾਰ ਕਰ ਰਹੀ ਆ ਉਹਨੂੰ ਠੰਡੇ ਬਸਤੇ 'ਚ ਪਾ ਕੇ। ਸੋ ਮੇਰਾ ਮੰਨਣਾ ਇਹ ਆ ਕਿ ਅਸੀਂ ਕਈ ਵਾਰ ਆਇਡੈਂਟੀਫਾਈ ਕਰ ਲੈਂਦੇ ਵੀ 2 3 4 5 ਬੰਦਿਆਂ ਦੀ ਗਲਤੀ ਆ। ਚਲੋ ਕਿਸੇ ਦੀ ਹੋ ਵੀ ਸਕਦੀ ਹੈ, ਕਿਸੇ ਦੀ ਨਹੀਂ ਵੀ ਹੋ ਸਕਦੀ। ਇਹ ਤਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਟਾਈਮ ਦੱਸੂਗਾ। ਪਰ ਮੈਨੂੰ ਲੱਗਦਾ ਵਾ ਵੀ ਸਾਨੂੰ ਕਾਹਲੀ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਸਰਕਾਰ ਨੇ ਜੋ ਨੁਕਸਾਨ ਕੀਤਾ ਅਤੇ ਜੋ ਕਰਨ ਜਾ ਰਹੀ ਆ, ਇੱਕ ਤਾਂ ਉਹ ਬਿੱਲਾਂ ਨਾਲ ਕਰਨ ਜਾ ਰਹੀ ਆ, ਹੁਣ ਤੱਕ ਜੋ ਜਿੰਨਾ ਨੁਕਸਾਨ ਉਹਨੇ ਕੀਤਾ ਵੀ ਸਾਡਾ ਪੌਣੇ 200 ਦੇ ਕਰੀਬ ਕਿਸਾਨ ਦੀ ਜਾਨ ਚਲੀ ਗਈ, ਕਰੋੜਾਂ ਰੁਪਈਆਂ ਦੀ ਸਾਡੀ ਜਾਇਦਾਦ ਦਾ ਨੁਕਸਾਨ ਹੋਇਆ, ਅਰਬਾਂ ਰੁਪਈਆ ਦਾ ਸਾਡਾ ਅੰਦੋਲਨ 'ਤੇ ਆਮ ਲੋਕਾਂ ਦਾ ਖਰਚਾ ਹੋ ਰਿਹਾ, ਫਿਰ ਉਹਨਾਂ ਨੂੰ ਸੱਟਾਂ ਫੇਟਾਂ ਆਈਆਂ ਨੇ। ਇਹ ਤਾਂ ਮੈਂ ਕਹਿੰਦਾ ਵੀ ਇਹ ਕਿਸਾਨ ਜਾਂ ਸਧਾਰਨ ਲੋਕਾਂ ਦਾ ਹੀ ਐਡਾ ਵੱਡਾ ਜਿਗਰਾ। ਕਿਤੇ 4 ਵਪਾਰੀਆਂ ਨੂੰ ਇਸ ਤਰ੍ਹਾਂ ਬਹਿ ਕੇ 4 ਦਿਨ ਧਰਨਾ ਲਾਉਣਾ ਪੈ ਜਾਏ, ਕੰਮ ਉਹਨਾਂ ਦੇ ਬੰਦ ਹੋ ਜਾਣ ਤਾਂ ਉਹਨਾਂ ਦੇ ਕੰਨ ਖੁੱਲ੍ਹ ਜਾਣ। ਇਹ ਸਧਾਰਨ ਲੋਕ ਹੀ, ਕਿਸਾਨ ਦਾ ਤੁਸੀਂ ਦਿਲ ਵੇਖੋ ਕਿੱਡਾ ਵੱਡਾ ਕਿ ਉਹ 6-6 ਮਹੀਨੇ 7-7 ਮਹੀਨੇ ਬਾਹਰ ਰਹਿ ਕੇ ਆਪਣੀ ਸਾਰੀ ਪ੍ਰਾਪਰਟੀ ਜਾਇਦਾਦ ਜਾਨ ਮਾਲ ਝੋਕ ਕੇ ਘਰੋਂ ਖਵਾ ਕੇ ਘਰੋਂ ਸਾਰਾ ਖਰਚਾ ਕਰਕੇ ਇਹਦੇ ਬਾਵਜੂਦ ਵੀ ਉਹ ਮੱਥੇ ਵੱਟ ਨਹੀਂ ਪਾ ਰਿਹਾ। ਕਿਤੇ ਸ਼ਹਿਰੀ ਲੋਕਾਂ ਨੂੰ ਕਹੋ ਵੀ ਦੱਸਦੇ ਨੇ ਇਸ ਤਰ੍ਹਾਂ ਬਹਿ ਕੇ ਵੇਖਣ, ਦੁਕਾਨਦਾਰ ਬਹਿ ਕੇ ਵੇਖਣ, ਜਾਂ ਇਹ ਲੀਡਰ ਹੀ 10 ਮਿੰਟ ਕਿਤੇ ਉਹਨਾਂ ਦੇ ਨਾਲ ਰੋਡ 'ਤੇ ਬਹਿ ਕੇ ਵੇਖਣ। ਸੋ ਅਸਲ ਮੈਂ ਸਮਝਦਾ ਵੀ ਇਹਨਾਂ ਸਾਰੇ ਘਟਨਾਕ੍ਰਮ ਦੇ ਵਿੱਚ ਵੱਡਾ ਦੋਸ਼ ਸਰਕਾਰ ਦਾ। ਇੰਨੀਆਂ ਬੈਠਕਾਂ ਤੋਂ ਬਾਅਦ ਵੀ ਜਿਹੜਾ ਸਾਡਾ ਖੇਤੀ ਮੰਤਰੀ ਆ ਦੇਸ਼ ਦਾ ਨਰਿੰਦਰ ਤੋਮਰ, ਉਹ ਪਾਰਲੀਮੈਂਟ ਦੇ ਵਿੱਚ ਝੂਠ ਬੋਲ ਰਿਹਾ ਵੀ ਮੈਂ ਕਿਸਾਨਾਂ ਨੂੰ ਪੁੱਛਿਆ ਕਿ ਇਹਨਾਂ ਕਾਨੂੰਨਾਂ 'ਚ ਕਾਲਾ ਕੀ ਆ, ਅਤੇ ਉਹ ਮੈਨੂੰ ਦੱਸ ਨਹੀਂ ਸਕੇ। ਹਾਲਾਂਕਿ ਇਹੋ ਹੀ ਖੇਤੀ ਮੰਤਰੀ ਪਹਿਲਾਂ ਕਹਿ ਚੁੱਕਿਆ ਵੀ ਅਸੀਂ ਇੰਨੀਆਂ ਇਹਦੇ 'ਚ ਸੋਧਾਂ ਕਰਨ ਲਈ ਤਿਆਰ ਹਾਂ। ਜੇ ਤੁਹਾਨੂੰ ਕਿਸਾਨਾਂ ਨੇ ਦੱਸਿਆ ਨਹੀਂ ਤਾਂ ਫਿਰ ਸੋਧਾਂ ਕਿਹਦੇ ਕਹਿਣ 'ਤੇ ਕਰ ਦੇਣ ਲੱਗੇ? ਯਾਨੀ ਕਿ ਇੰਨੇ ਝੂਠੇ ਅਤੇ ਮਕਾਰ ਲੀਡਰ ਜਿਹੜੇ ਨੇ, ਉਹ ਇਹ ਪਾਰਲੀਮੈਂਟ ਜਿਹਨੂੰ ਉਹ ਕਹਿੰਦੇ ਨੇ ਵੀ ਇਹ ਸਾਡਾ ਪਵਿੱਤਰ ਸਦਨ ਆ, ਜਿੱਥੇ ਅਸੀਂ ਦੇਸ਼ ਦੀ ਜਿਹੜਾ ਭਵਿੱਖ ਘੜਦੇ, ਉੱਥੇ ਖਲੋ ਕੇ ਉਹ ਝੂਠ ਬੋਲ ਰਹੇ। ਹਾਲਾਂਕਿ ਉਦੋਂ ਪਹਿਲਾਂ ਮੀਡੀਆ ਦੇ ਵਿੱਚ ਉਹ ਕਿਸਾਨਾਂ ਨਾਲ ਮੀਟਿੰਗਾਂ ਕਰਦਿਆਂ ਕਿਸਾਨਾਂ ਦੀ ਕਿਸੇ ਗੱਲ ਦਾ, ਲੀਡਰਾਂ ਦੀ ਕਿਸੇ ਗੱਲ ਦਾ ਉਹਨਾਂ ਕੋਲ ਜਵਾਬ ਨਹੀਂ ਸੀ ਵੀ ਇਹ ਕਾਨੂੰਨ ਤੁਸੀਂ ਬਣਾਏ ਕਿਉਂ। ਅਤੇ ਮੈਂ ਇੱਕ ਗੱਲ ਹੋਰ ਸਮਝਦਾ ਵੀ ਇਹ ਪਹਿਲਾ ਅੰਦੋਲਨ ਆ ਜਿਹਦੇ ਵਿੱਚ ਕੁਝ ਮੰਗਿਆ ਨਹੀਂ ਜਾ ਰਿਹਾ, ਬਲਕਿ ਜੋ ਸਰਕਾਰ ਦੇ ਰਹੀ ਆ ਉਹਨੂੰ ਕਿਹਾ ਜਾ ਰਿਹਾ ਵੀ ਅਸੀਂ ਲੈਣਾ ਨਹੀਂ। ਨਹੀਂ ਤਾਂ ਆਮ ਤੌਰ 'ਤੇ ਜਿੰਨੇ ਮੋਰਚੇ ਲੱਗਦੇ ਨੇ, ਅੰਦੋਲਨ ਹੁੰਦੇ ਨੇ, ਸੰਘਰਸ਼, ਉਹਦੇ 'ਚ ਕਿਹਾ ਜਾਂਦਾ ਵੀ ਸਾਨੂੰ ਆਹ ਦਿਓ, ਪਰ ਇਹਦੇ 'ਚ ਕਿਸਾਨ ਕਹਿ ਰਿਹਾ ਵੀ ਸਾਨੂੰ ਚਾਹੀਦਾ ਕੁਝ ਨਹੀਂ, ਤੁਸੀਂ ਕਾਨੂੰਨ ਵਾਪਸ ਲੈ ਲਓ। ਪਰ ਸਰਕਾਰ ਜਿਹੜੀ ਆ, ਕਿਉਂਕਿ ਉਹਨੇ ਵੱਡੇ ਵਪਾਰਕ ਘਰਾਣੇ ਜਿਹੜੇ ਨੇ, ਵਿਸ਼ਵ ਵਪਾਰ ਸੰਸਥਾ ਜਿਹੜੀ, ਉਹਦੇ ਕੋਲ ਆਪਣੇ ਹੱਕ ਗਿਰਵੀ ਰੱਖੇ ਹੋਏ ਨੇ। ਇਹ ਇੱਕ ਇੱਥੇ ਸਾਡੇ ਹੈਗੀ ਸੀ ਇਹ ਸਾਰੀ ਚੀਜ਼, ਅਤੇ ਇਹਨੂੰ ਵੀ ਉਹ ਕੈਪਚਰ ਕਰਕੇ ਅਤੇ ਲੋਕਾਂ ਦੀ ਰੋਟੀ ਵੀ ਜਿਹੜੀ ਆ ਉਹਦੇ ਲਈ ਲੋਕਾਂ ਨੂੰ ਮੁਥਾਜ ਕਰਨਾ ਚਾਹੁੰਦੇ। ਭਾਈ ਸਾਹਿਬ, ਅਖੀਰਲਾ ਸਵਾਲ ਹੈ, ਤੁਸੀਂ ਵੀ ਸਿੱਖ ਪ੍ਰਚਾਰਕ ਹੋ। ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਤਿਹਾਸ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਬੜੀ ਵੱਡੀ ਭੂਮਿਕਾ ਰਹੀ ਹੈ, ਅਤੇ ਮੌਜੂਦਾ ਸਥਿਤੀ ਜਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਅਕਾਲ ਤਖਤ ਸਾਹਿਬ ਦੀ ਭੂਮਿਕਾ ਜਾਂ ਜਥੇਦਾਰ ਸਾਹਿਬ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਵੇਖੋ ਜੀ, ਇਹ ਬੜੀ ਦੁਖਦਾਈ ਗੱਲ ਹੁੰਦੀ ਜਦੋਂ ਅਸੀਂ ਆਪਣੀਆਂ ਸੰਸਥਾਵਾਂ ਬਾਰੇ ਗੱਲ ਕਰਦੇ ਹਾਂ। ਮੈਂ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਨੂੰ ਆਪਾਂ ਸਲਾਹੁਣਾ ਵੀ ਚਾਹੀਦਾ ਕਿ ਸਾਡੀਆਂ ਸਿੱਖ ਸੰਸਥਾਵਾਂ ਨੇ, ਉਹਦੇ ਵਿੱਚ ਜਿਵੇਂ ਖਾਲਸਾ ਏਡ ਆ, ਯੂਨਾਈਟਿਡ ਸਿੱਖਸ ਆ, ਹੋਰ ਬਹੁਤ ਸਾਰੀਆਂ ਜਿਹਦੇ ਵਿੱਚ ਸਾਡੀਆਂ ਕੁਝ ਕਾਰ ਸੇਵਾ ਸੰਸਥਾਵਾਂ ਨੇ, ਮਿਸ਼ਨਰੀ ਕਾਲਜ ਨੇ, ਹੋਰ ਜਥੇਬੰਦੀਆਂ ਨੇ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ, ਸੰਗਤੀ ਰੂਪ 'ਚ ਸਹਿਯੋਗ ਹੋਇਆ। ਪਰ ਇੱਕ ਲੀਡਰਸ਼ਿਪ ਦੇ ਤੌਰ 'ਤੇ ਜਦੋਂ ਅਸੀਂ ਵੇਖਦੇ ਹਾਂ ਨਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਏਡਾ ਵੱਡਾ ਜਿਹੜਾ ਸਿੱਖਾਂ ਦੇ ਵਿੱਚ ਇੱਕ ਹੈ ਕਿ ਮਤਲਬ ਜਿਹੜਾ ਜਥੇਦਾਰ ਆ, ਉਹ ਇੱਕ ਐਸਾ ਲੀਡਰ ਆ ਜਿਹਦੀ ਕਾਲ ਦੇ ਉੱਤੇ ਬਹੁਤ ਵੱਡਾ ਜਿਹੜਾ ਮਤਲਬ ਇੱਕ ਜਨ ਸੈਲਾਬ ਖੜਾ ਹੋ ਸਕਦਾ। ਪਰ ਉਹਦੇ ਪਿੱਛੇ ਜੇ ਹੁਣ ਅਸਲ ਕਾਰਨ ਉਹਦੇ ਵਿੱਚ ਆ ਕਿ ਸਾਡਾ ਅਕਾਲ ਤਖਤ ਸਾਹਿਬ ਦਾ ਜਿਹੜਾ, ਜਾਂ ਸਮੁੱਚੇ ਗੁਰਦੁਆਰਿਆਂ ਸੰਸਥਾਵਾਂ ਦਾ ਪ੍ਰਬੰਧ ਹੀ ਲੈ ਲਓ, ਵੀ ਉਹ ਇੱਕ ਰਾਜਨੀਤਿਕ ਹੱਥਾਂ ਦੇ ਵਿੱਚ ਆ, ਅਤੇ ਉਹ ਰਾਜਨੀਤਿਕ ਜਿਹੜੇ ਹੱਥ ਨੇ ਉਹ ਇੱਕ ਪਰਿਵਾਰ ਦੇ ਨੇ, ਇੱਕ ਧਿਰ ਦੇ ਨੇ। ਇਸ ਵਾਸਤੇ ਉਹ ਬੰਦੇ ਜਿਹੜੇ ਨੇ ਉਹ ਉਹਨਾਂ ਦੇ ਇੰਪਲੋਈ ਹੋ ਕੇ ਉਹਨਾਂ ਕੀ ਬੋਲਣਗੇ ਜਿੰਨਾ ਕੁ ਉਹਨਾਂ ਦੇ ਹਿੱਤ ਵਿੱਚ ਜਾਂਦਾ। ਹੁਣ ਤੁਸੀਂ ਵੇਖੋ ਨਾ, RSS ਦੇ, BJP ਦੇ ਜਾਂ RSS ਸਿੱਖਾਂ 'ਤੇ ਹਮਲੇ ਕਰ ਰਹੀ ਜਾਂ ਇਹ ਕਰ ਰਹੀ ਆ, ਇਹ ਉਦੋਂ ਬੋਲਦੇ ਆ ਜਦੋਂ ਇਹਨਾਂ ਦੇ BJP ਨਾਲ ਸੰਬੰਧ ਵਿਗੜਦੇ ਆ, ਭਾਵੇਂ ਜਥੇਦਾਰ ਸਾਹਿਬ ਹੋਣ ਜਾਂ ਅਕਾਲ ਜਾਂ ਸਾਡੇ ਸ਼੍ਰੋਮਣੀ ਕਮੇਟੀ ਹੋਵੇ। ਉਹ RSS ਖਿਲਾਫ ਉਦੋਂ ਜ਼ਬਾਨ ਖੋਲ੍ਹਦੀ ਆ ਜਦੋਂ ਇਹਨਾਂ ਦੇ ਅਕਾਲੀ ਦਲ ਦੇ ਸੰਬੰਧ BJP ਨਾਲ ਥੋੜ੍ਹੇ ਜਿਹੇ ਵਿਗੜਦੇ ਨੇ। ਜਦੋਂ ਬਣੇ ਹੁੰਦੇ ਨੇ ਉਦੋਂ ਤਾਂ ਇਹਨਾਂ ਨੂੰ ਇਹ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਸੱਦਦੇ ਨੇ, ਉਦੋਂ ਉਹਨਾਂ ਦੇ ਗੁਰਦੁਆਰਿਆਂ 'ਚ ਲੰਗਰਾਂ ਦਾ ਪ੍ਰਬੰਧ ਹੁੰਦਾ, BJP ਦੀਆਂ ਰੈਲੀਆਂ ਵਾਸਤੇ ਗੁਰਦੁਆਰੇ ਖੋਲ੍ਹ ਦਿੱਤੇ ਜਾਂਦੇ ਆ, ਸਰਾਵਾਂ ਦੇ ਦਿੱਤੀਆਂ ਜਾਂਦੀਆਂ ਨੇ, ਸਾਰਾ ਕੁਝ ਹੀ ਇੱਥੋਂ ਹੁੰਦਾ।
ਉਦੋਂ ਇਹਨਾਂ ਨੂੰ ਨਹੀਂ ਲੱਗਦਾ ਵੀ RSS ਜਾਂ ਦੂਜੀ ਸਿੱਖਾਂ ਦੇ ਉੱਤੇ ਹਾਵੀ ਹੋ ਰਹੀ ਆ। ਉਦੋਂ ਇਹ ਕਿਉਂਕਿ ਮਤਲਬ ਆਪਸ ਵਿੱਚ ਇਹਨਾਂ ਦਾ ਜੋੜ ਬਣ ਜਾਂਦਾ, ਰਾਜਨੀਤਿਕ ਹਿੱਤ ਹੁੰਦੇ ਨੇ। ਸੋ ਮੇਰਾ ਮੰਨਣਾ ਇਹ ਆ ਕਿ ਜਿੰਨਾ ਚਿਰ ਸਾਡੇ ਗੁਰਦੁਆਰਾ ਸਾਹਿਬਾਨ ਜਾਂ ਅਕਾਲ ਤਖਤ ਸਾਹਿਬ ਜਾਂ ਜੋ ਵੀ ਸਾਡੀ ਲੌਬੀ ਆ, ਸਿੱਖ ਲੌਬੀ ਦਾ ਉੱਪਰਲਾ ਹਿੱਸਾ, ਜਿੰਨਾ ਚਿਰ ਉਹਦਾ ਪ੍ਰਬੰਧ ਜਿਹੜਾ ਵਾ ਆਮ ਖੁੱਲ੍ਹੇ ਰੂਪ ਵਿੱਚ, ਸੰਗਤੀ ਰੂਪ ਵਿੱਚ ਨਹੀਂ ਹੁੰਦਾ, ਇੱਕ ਪਰਿਵਾਰ ਦੀਆਂ ਨੀਤੀਆਂ ਤੋਂ ਬਾਹਰ ਨਿਕਲ ਕੇ, ਉਹਨਾਂ ਚਿਰ ਅਸੀਂ ਭਵਿੱਖ ਵਾਸਤੇ ਆਪਣਾ ਕੁਝ ਤੈਅ ਨਹੀਂ ਕਰ ਸਕਦੇ। ਵੈਸੇ ਵੀ ਇਹ ਗੱਲ ਹੁਣ ਆਪਾਂ ਵੇਖ ਲਈਏ ਵੀ ਹੁਣ ਸਾਡਾ ਆਧਾਰ ਕਿੰਨਾ ਕੁ ਆ। ਇੱਕ ਸਵਾਏ ਡਰ ਆ ਕਿ ਮੰਨ ਲਓ ਮੈਂ ਇੱਕ ਪ੍ਰਚਾਰਕ ਹਾਂ, ਜੇ ਮੈਨੂੰ ਕੁਝ ਕਹਿ ਦੇਣ ਤੇ 4 ਗੁਰਦੁਆਰਿਆਂ 'ਚ ਖੱਪ ਪਊਗੀ ਵੀ ਇਹ ਬੰਦੇ ਨੂੰ ਤੁਸੀਂ ਬੋਲਣ ਨਾ ਦਿਓ। ਇਹਦੋਂ ਵੱਧ ਸਾਡਾ ਕੋਈ ਕੌਮੀ ਜਿਹੜਾ ਆਪਾਂ ਕਹਿ ਲਈਏ ਵੀ ਪ੍ਰੋਗਰਾਮ ਆ ਜਾਂ ਕੌਮ ਦਾ ਭਵਿੱਖ ਘੜਨ ਲਈ, ਇਹਦੋਂ ਵੱਧ ਸਾਡੀ ਕੀ ਸਮਰੱਥਾ ਰਹਿ ਗਈ ਆ ਸਾਡੀ ਲੀਡਰਸ਼ਿਪ ਦੀ? ਵੀ ਬੈਨ ਕਰ ਸਕਦੀ ਆ ਵੀ ਇਹਨੂੰ ਬੈਨ ਕਰ ਦਿਓ। ਇਹਦੋਂ ਕੋਈ ਇੱਕ ਮਸਲਾ ਦੱਸ ਦਿਓ ਜਿਹੜਾ ਹੁਣ ਤੱਕ ਸਾਡੀ ਧਾਰਮਿਕ ਲੀਡਰਸ਼ਿਪ ਨੇ ਸੁਲਝਾਇਆ ਹੋਵੇ, ਇੱਕ ਵੀ ਮਸਲਾ, ਕੋਈ ਵੀ ਨਹੀਂ। ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ ਤਾਂ ਬਹੁਤਾ ਚੰਗਾ ਜਿਹੜਾ ਇਹਨਾਂ ਦਾ ਰੋਲ ਨਹੀਂ ਰਿਹਾ। ਤੁਹਾਨੂੰ ਲੱਗਦਾ ਕਿ ਹੁਣ ਕਿਸਾਨੀ ਅੰਦੋਲਨ ਤੋਂ ਬਾਅਦ ਜਿਹੜੀ ਚੰਗੀ ਧਿਰ ਨਿਕਲ ਕੇ ਸਾਹਮਣੇ ਆਏਗੀ, ਜਿਹੜੀ ਪੰਜਾਬ ਦੀ ਇੱਕ ਚੰਗਾ ਪੰਜਾਬ ਜਿਹੜਾ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਨਿਭਾਏਗੀ? ਜੀ, ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜੀ ਸਾਡੀਆਂ, ਇਹਨਾਂ ਨੇ ਦਰਅਸਲ ਚਾਹੀਦਾ ਤਾਂ ਇਹ ਹੁੰਦਾ, ਜਿਵੇਂ ਆਪਾਂ ਮੰਨ ਲਓ ਖੇਤਰੀ ਪਾਰਟੀ ਆ ਨਾ ਜੀ, ਖੇਤਰੀ ਪਾਰਟੀਆਂ ਇਸ ਕਰਕੇ ਹੁੰਦੀਆਂ ਨੇ ਵੀ ਜਿਹੜਾ ਸੈਂਟਰ ਦਾ ਗਲਬਾ ਪੰਜਾਬ ਦੇ ਉੱਤੇ ਨਾ ਵਧੇ, ਅਤੇ ਖੇਤਰੀ ਪਾਰਟੀ ਜਿਹੜੀ ਆ ਉਸ ਖੇਤਰ ਦੀ, ਜਿਵੇਂ ਮੰਨ ਲਓ ਪੰਜਾਬ ਦੀ ਕੋਈ ਖੇਤਰੀ ਪਾਰਟੀ ਆ, ਪੰਜਾਬ ਦੇ ਲੀਡਰ ਆ, ਉਹ ਪੰਜਾਬ ਦੇ ਕਲਚਰ ਨੂੰ ਡਿਫੈਂਡ ਕਰਨ, ਪੰਜਾਬ ਦੇ ਲੋਕਾਂ ਦੇ ਹਿੱਤ, ਇੱਥੋਂ ਦੇ ਜਿਹੜੇ ਕੁਦਰਤੀ ਸੋਮੇ ਨੇ ਉਹਨਾਂ ਦਾ ਬਚਾਅ ਕਰਨ, ਉਹਦੇ ਲਈ ਫਾਈਟ ਕਰਨ, ਲੜਾਈ ਲੜਨ। ਪਰ ਸਾਡੇ ਲਈ ਦੁਖਦਾਈ ਗੱਲ ਇਹ ਆ ਵੀ ਸਾਡੀਆਂ ਜਿੰਨੀਆਂ ਹੁਣ ਤੱਕ ਪਾਰਟੀਆਂ ਪੰਜਾਬ ਦੇ ਵਿੱਚ ਹੋਈਆਂ, ਅਕਾਲੀ ਲਾ ਲਓ, ਕਾਂਗਰਸ ਲਾ ਲਓ, ਆਪ ਵਾਲੇ ਤਾਂ ਵੈਸੇ ਹੀ ਖਿਲਰੇ ਪਏ ਨੇ, ਉਹਨਾਂ ਨੇ ਜੋ ਕੁਝ ਕੀਤਾ ਪਿਛਲੇ ਦੌਰ ਵਿੱਚ, ਪੰਜਾਬ ਨੂੰ ਡਿਫੈਂਡ ਨਹੀਂ ਕਰ ਸਕੇ ਉਹ, ਕਿਉਂਕਿ ਉਹ ਸਾਰੇ ਅੰਡਰ ਪ੍ਰੈਸ਼ਰ ਨੇ। ਅਕਾਲੀ ਦਲ BJP ਦੇ ਪ੍ਰੈਸ਼ਰ 'ਚ ਰਿਹਾ, ਅਤੇ ਕਾਂਗਰਸ ਜਿਹੜੀ ਆ ਉਹਨਾਂ ਦਾ ਵੈਸੇ ਹੀ ਬੇਸ ਜਿਹੜਾ ਵਾ ਦਿੱਲੀ ਆ, ਅਤੇ ਜਿਹੜੀ ਆਪ ਪਾਰਟੀ ਸੀ ਉਹਦਾ ਬੇਸ ਵੀ ਜਿਹੜਾ ਸੀ, ਉਹ ਜਦੋਂ ਪਾਣੀਆਂ ਦੀ ਗੱਲ ਆਉਂਦੀ ਸੀ ਉਹ ਚੁੱਪ ਵੱਟ ਲੈਂਦੇ ਸੀ, ਜਦੋਂ ਪਰਾਲੀ ਸਾੜਨ ਦੀ ਗੱਲ ਕੇਜਰੀਵਾਲ ਕਰ ਦਿੰਦਾ ਸੀ ਉਦੋਂ ਇਹਨਾਂ ਦੀ ਜ਼ਬਾਨ ਬੰਦ ਹੋ, ਕਿਉਂਕਿ ਇਹ ਡਿਪੈਂਡ ਸੀ ਉਹਦੇ 'ਤੇ। ਤੋ ਇਹਨੂੰ ਆਪਾਂ ਕਹਿ ਸਕਦੇ ਵੀ ਖੇਤਰੀ ਪਾਰਟੀਆਂ ਹੋ ਕੇ ਵੀ ਸਾਡੀ ਕੋਈ ਖੇਤਰੀ ਪਾਰਟੀ ਅਸਲ 'ਚ ਹੈ ਨਹੀਂ, ਕਿਉਂਕਿ ਉਹ ਅੰਡਰ ਪ੍ਰੈਸ਼ਰ ਨੇ, ਦਬਾਅ ਥੱਲੇ ਨੇ। ਦੂਜੀ ਗੱਲ ਵੀ ਸਵਾਰਥ ਇੰਨਾ ਵੱਧ ਗਿਆ ਵਾ ਵੀ ਉਹਨਾਂ ਦੇ ਵਾਸਤੇ ਪਦਵੀ ਅਤੇ ਉਹਦੇ ਵਿੱਚੋਂ ਆਪਣੀ ਲਾਲਸਾ ਅਤੇ ਪਰਿਵਾਰਵਾਦ ਵਾਸਤੇ ਸਾਰਾ ਕੁਝ ਕੱਢਣਾ ਹੀ ਉਹਨਾਂ ਲਈ ਸਾਰਾ ਕੁਝ ਹੋ ਗਿਆ। ਚਾਹੀਦਾ ਤਾਂ ਇਹ ਸੀ ਵੀ ਜਿਹੜੀ ਲੜਾਈ ਕਿਸਾਨ ਅੱਜ ਲੜ ਕੇ ਅਤੇ ਆਪਣੀਆਂ ਕੁਰਬਾਨੀਆਂ ਦੇ ਰਹੇ ਆ, ਇਹ ਲੜਾਈ ਸਾਡੇ ਪੰਜਾਬ ਦੇ ਲੀਡਰ ਲੜਦੇ, ਪਰ ਇਹਨਾਂ ਨੇ ਮੌਕੇ ਸਿਰ ਕਿਸੇ ਵੀ ਚੀਜ਼ ਨੂੰ ਹੁਣ ਤੱਕ ਖੋਰਿਆ ਹੀ ਆ, ਪੰਜਾਬ ਨੂੰ ਬਣਾਇਆ ਪੰਜਾਬ ਦਾ ਕੁਝ ਨਹੀਂ। ਇਹ ਸੜਕਾਂ ਅਤੇ ਨਾਲੀਆਂ ਅਤੇ ਗਲੀਆਂ ਨੂੰ ਵਿਕਾਸ ਦੱਸ ਰਿਹਾ ਜੀ। ਤਾਂ ਉਹਦੇ ਵਿੱਚ ਇਹ ਆ ਕਿ ਹੁਣ ਚਾਹੀਦਾ ਤਾਂ ਇਹ ਵੀ ਹੁਣ ਪਾਰਟੀ ਆਪਾਂ ਪਿੱਛੇ ਵੇਖਿਆ ਵੀ ਕੱਢਣ ਦੀ ਕੋਸ਼ਿਸ਼ ਕੀਤੀ, ਪੰਜਾਬ ਦੇ ਲੋਕਾਂ ਨੇ ਬੜਾ ਸਾਥ ਦਿੱਤਾ, ਇੰਨਾ ਪੈਸਾ ਲਾਇਆ, ਇੰਨਾ ਉਤਸ਼ਾਹ ਵਿਖਾਇਆ, ਪਰ ਉਹਦੇ ਵਿੱਚੋਂ ਵੀ ਮਤਲਬ ਕੋਈ ਖਾਸ ਗੱਲ ਨਿਕਲ ਨਹੀਂ ਸਕੀ ਜਿਸ ਤਰ੍ਹਾਂ ਦੀ ਨਿਕਲਣੀ ਚਾਹੀਦੀ ਸੀ। ਤਾਂ ਇਹਦੇ ਵਿੱਚ ਜੋ ਮੇਰਾ ਨਿੱਜੀ ਤੌਰ 'ਤੇ ਮੰਨਣਾ ਵੀ ਪੰਜਾਬ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਬਹੁਤੇ ਵਿਗੜਿਆਂ ਨਾਲੋਂ ਘੱਟ ਵਿਗੜਿਆ ਬੰਦਾ ਸਹੀ ਹੁੰਦਾ, ਵੀ ਉਹਦੀ ਹਾਲ ਦੀ ਘੜੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆ। ਪਰ ਐਸੀ ਗੱਲ ਨਹੀਂ, ਪੰਜਾਬ 'ਚ ਬਹੁਤ ਸਾਰੇ ਐਸੇ ਲੀਡਰ ਨੇ ਜਿਹੜੇ ਆਪਾਂ ਨੂੰ, ਹੁਣ ਮੈਨੂੰ ਲੱਗਦਾ ਵੀ ਸਾਨੂੰ ਇਹ ਵੇਖਣ ਮੌਜੂਦਾ ਦੌਰ 'ਚ ਚਾਹੀਦਾ ਕਿ ਜਿਹੜੇ ਹਲਕੇ 'ਚ ਜਿਹੜਾ ਕੋਈ ਲੀਡਰ ਲੋਕ ਹਿੱਤਾਂ ਦੀ ਗੱਲ ਕਰਦਾ, ਕੰਮ ਕਰਦਾ, ਲੋਕਾਂ ਦਾ ਸਾਥ ਦਿੰਦਾ, ਲੋਕਾਂ ਦਾ ਪੱਖ ਲੈਂਦਾ, ਭਾਵੇਂ ਉਹ ਕਿਸੇ ਵੀ ਧੜੇ ਦਾ ਹੋਵੇ, ਸਾਨੂੰ ਉਸ ਬੰਦੇ ਦੇ ਹੱਕ 'ਚ ਖਲੋਣਾ ਚਾਹੀਦਾ, ਬਜਾਏ ਇਹ ਵੀ ਕਿਸੇ ਇੱਕ ਝੰਡੇ ਥੱਲੇ ਖਲੋਣ ਦੀ, ਵੀ ਆਹ ਪਾਰਟੀ ਦੇ ਝੰਡੇ ਥੱਲੇ ਖਲੋ ਜੀਏ। ਸਾਨੂੰ ਇਹ ਵੇਖਣਾ ਚਾਹੀਦਾ ਵੀ ਲੋਕਾਂ ਦੀ ਗੱਲ ਕਰਨ ਵਾਲਾ ਜਾਂ ਲੋਕਾਂ ਦਾ ਸਾਥ, ਲੋਕਾਂ ਦਾ ਕੰਮ ਕਰਨ ਵਾਲਾ, ਲੋਕ ਹਿੱਤਾਂ ਦੀ ਰਾਖੀ ਕਰਨ ਵਾਲਾ ਲੀਡਰ ਕੌਣ ਆ, ਭਾਵੇਂ ਕੋਈ ਵੀ ਹੋਵੇ, ਉਸ ਬੰਦੇ ਦੀ ਪਰਸਨੈਲਿਟੀ ਨੂੰ ਰਿਸਪੈਕਟ ਦੇਣੀ ਚਾਹੀਦੀ। ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ ਦੇ ਨਾਲ ਗੱਲਬਾਤ ਕੀਤੀ ਹੈ, ਬੜੇ ਉਹਨਾਂ ਨੇ ਸੁਚੱਜੇ ਵਿਚਾਰ ਦਿੱਤੇ ਹੈ ਕਿ ਕਿਹੜੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਮੀਡੀਆ ਦੀ ਇੱਕ ਭੂਮਿਕਾ ਹੁੰਦੀ ਹੈ, ਜਿਹੜਾ ਸੁਚੱਜਾ ਮੀਡੀਆ ਹੈ, ਜਿਹੜਾ ਬੁਰਾ ਸਮਾਜ ਦੇ ਵਿੱਚ ਹੋ ਰਿਹਾ ਉਹਦੀ ਆਲੋਚਨਾ ਕਰਨਾ ਇੱਕ ਮੀਡੀਆ ਦਾ ਵੀ ਫਰਜ਼ ਹੁੰਦਾ ਹੈ। ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਜਿਹੜੀ ਚੰਗੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਵਾਂਗੇ। ਧੰਨਵਾਦ।